ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 159 ਤੇ ਅੱਧ ਟੱਪ ਕੇ ਗੌੜੀ ਗੁਆਰੇਰੀ ਮਹਿਲਾ ਤੀਜਾ। ਹਉਮੈ ਵਿੱਚ ਸਭ ਜਗ ਬੋਰਾਨਾ, ਦੂਜੈ ਭਾਏ ਭਰਮ ਭੁਲਾਨਾ। ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਤਿਆਂ ਅਣ ਦਿਨ ਵਿਹਾਨਾ। ਤੀਸਰੇ ਪਾਤਸ਼ਾਹ ਕਹਿੰਦੇ, ਹਉਮੈ ਵਿੱਚ ਸਭ ਜਗ ਬੋਰਾਨਾ। ਬੋਰਾ ਕਮਲੇ ਨੂੰ ਕਹਿੰਦੇ। ਹਉਮੈ ਦੇ ਵਿੱਚ ਸਾਰਾ ਜੱਗ, ਸਾਰਾ ਸੰਸਾਰ ਕਮਲਾ ਹੋਇਆ ਫਿਰਦਾ ਹੈ। ਦੂਜੇ ਭਾਏ ਭਰਮ ਭੁਲਾਨਾ। ਦੂਜੇ ਭਾਏ, ਦੂਜੇ ਭਾ ਮਾਇਆ, ਭਾਏ ਮੈਨੇ ਪਿਆਰ। ਇਹ ਰੱਬ ਨੂੰ ਤਾਂ ਪਿਆਰ ਨਹੀਂ ਕਰਦਾ, ਮਾਇਆ ਨੂੰ ਪਿਆਰ ਕਰਦਾ। ਇਸ ਲਈ ਭਰਮ ਭੁਲਾਨਾ, ਇਹ ਭਰਮ 'ਚ ਪੈ ਕੇ ਰੱਬ ਨੂੰ ਹੀ ਭੁੱਲ ਗਿਆ। ਭਰਮ ਹੋ ਗਿਆ ਕਿ ਸਾਰੇ ਸੁੱਖ ਮਾਇਆ ਵਿੱਚ ਹਨ, ਇਸ ਲਈ ਉਹ ਰੱਬ ਨੂੰ ਭੁੱਲ ਗਿਆ। ਬਹੁ ਚਿੰਤਾ ਚਿਤਵੈ ਆਪ ਨਾ ਪਛਾਨੰ। ਬੜੀ ਚਿੰਤਾ ਕਰਦਾ ਹੈ, ਬੜਾ ਕੁਝ ਸੋਚਦਾ ਰਹਿੰਦਾ ਚਿਤਵੈ, ਪਰ ਆਪਣੇ ਆਪ ਨੂੰ ਨਹੀਂ ਪਛਾਣਦਾ ਕਿ ਮੈਂ ਕੀ ਹਾਂ, ਮੈਂ ਕੀ ਕਰ ਰਿਹਾ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ। ਬੰਦੇ ਨੂੰ ਗਿਆਨ ਹੋਣਾ ਚਾਹੀਦਾ ਕਿ ਮੈਨੂੰ ਕੀ ਕਰਨਾ ਚਾਹੀਦਾ। ਫਿਰ ਉਹ ਦੇਖੇ ਮੈਂ ਕਰ ਕੀ ਰਿਹਾ। ਮੰਨ ਲਓ ਇੱਕ ਵਿਦਿਆਰਥੀ ਨੂੰ ਗਿਆਨ ਹੋ ਗਿਆ ਕਿ ਮੈਨੂੰ ਪੜ੍ਹਨਾ ਚਾਹੀਦਾ, ਫਿਰ ਉਹ ਦੇਖੇ ਕਿ ਮੈਂ ਪੜ੍ਹ ਰਿਹਾ, ਕੀ ਮੈਨੂੰ ਜਿੰਨਾ ਪੜ੍ਹਨਾ ਚਾਹੀਦਾ ਓਨਾ ਮੈਂ ਪੜ੍ਹ ਰਿਹਾ, ਕੀ ਮੈਂ ਜਿੰਨਾ ਪੜ੍ਹ ਸਕਦਾ ਓਨਾ ਮੈਂ ਪੜ੍ਹ ਰਿਹਾ। ਤੁਸੀਂ 1 ਘੰਟਾ ਪੜ੍ਹੇ ਮੰਨ ਲਓ, ਫਿਰ ਮਨ ਨੂੰ ਕਹੋ ਕਿ ਮੈਂ 61 ਮਿੰਟ ਨਹੀਂ ਪੜ੍ਹ ਸਕਦਾ, ਫਿਰ ਆਪੇ ਹੀ ਕਹੋ ਹਾਂ ਪੜ੍ਹ ਸਕਦਾ। ਫਿਰ ਅਗਲੇ ਦਿਨ 61 ਮਿੰਟ ਪੜ੍ਹੋ, ਫਿਰ ਅਗਲੇ ਕਹੋ ਕਿ ਮੈਂ 62 ਮਿੰਟ ਨਹੀਂ ਪੜ੍ਹ ਸਕਦਾ, ਫਿਰ ਕਹੋ ਪੜ੍ਹ ਸਕਦਾ। ਫਿਰ ਅਗਲੇ ਦਿਨ 62 ਮਿੰਟ ਪੜ੍ਹੋ। ਐਂ ਹੀ ਭਜਨ ਬੰਦਗੀ ਕਰਨ ਵਾਲੇ ਨੇ। ਤੁਸੀਂ 15 ਮਿੰਟ ਵਾਹਿਗੁਰੂ ਵਾਹਿਗੁਰੂ ਕੀਤਾ, ਫਿਰ ਆਪਣੇ ਮਨ ਨੂੰ ਕਹੋ ਕਿ ਮੈਂ 16 ਮਿੰਟ ਨਹੀਂ ਕਰ ਸਕਦਾ। ਇਹਨਾਂ ਕੋ ਪਤਾ ਨਹੀਂ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹ ਤਾਂ ਭਰਮ ਹੈ। ਭਰਮ 'ਚ ਨਹੀਂ ਪੈਣਾ, ਹਮੇਸ਼ਾ ਪੋਜ਼ੀਟਿਵ ਥਿੰਕਿੰਗ ਰੱਖਣੀ, ਹਾਂ ਪੱਖੀ ਸੋਚ ਚਾਹੀਦੀ। ਹਾਂ ਕਰ ਸਕਦਾ, ਫਿਰ 16 ਮਿੰਟ ਕਰੋ। ਕੀ ਮੈਂ 17 ਮਿੰਟ ਨਹੀਂ ਕਰ ਸਕਦਾ? ਹਾਂ ਕਰ ਸਕਦਾ, ਫਿਰ ਉਹਦੇ 17 ਮਿੰਟ ਕਰੋ। ਐਂ ਵਧਾਈ ਜਾਓ, ਕਿਤੇ ਦਾ ਕਿਤੇ ਤੁਸੀਂ ਪਹੁੰਚ ਜਾਵੋਗੇ। ਜੇ ਕਹੋ ਚਲ ਬਹੁਤ ਹੋ ਗਿਆ, ਫਿਰ ਨਹੀਂ ਕਰ ਬਣਦਾ। ਇਹ ਐਵੇਂ ਝੂਠੀ ਤਸੱਲੀ ਦੇਣੀ ਬਹੁਤ ਹੋ ਗਿਆ। ਉਹਨੂੰ ਪੁੱਛੇ ਤੈਨੂੰ ਕੀ ਪਤਾ ਬਹੁਤ ਹੋ ਗਿਆ? ਤੂੰ ਆਪ ਹੀ ਕਹਿਣਾ ਬਹੁਤ ਹੋ ਗਿਆ, ਵੀ ਤੈਨੂੰ ਕਿੰਨੇ ਕਿਹਾ ਬਹੁਤ ਹੋ ਗਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਬਹੁਤ ਚਿੰਤਾ ਚਿਤਵੈ। ਚਿੰਤਾ ਤਾਂ ਬਹੁਤ ਕਰਦਾ ਹੈ, ਆਪ ਨਾ ਪਛਾਣੋ, ਪਰ ਇਹ ਆਪਣੇ ਆਪ ਨੂੰ ਜਾਣ ਨਹੀਂ ਰਿਹਾ, ਆਪਣੇ ਆਪ ਦੀ ਪਹਿਚਾਣ ਨਹੀਂ ਹੈ। ਮੈਂ ਕੀ ਕਰ ਰਿਹਾ, ਮੈਨੂੰ ਕੀ ਕਰਨਾ ਚਾਹੀਦਾ। ਧੰਦਾ ਕਰਤਿਆਂ ਅਣ ਦਿਨ ਵਿਹਾਨਾ। ਵਿਹਾਨਾ ਦਾ ਬੀਤਣਾ, ਸੰਸਾਰਿਕ ਧੰਦੇ ਕਰਦਿਆਂ ਹੀ ਇਹਦਾ ਦਿਨ ਬੀਤ ਜਾਂਦਾ, ਦਿਨ ਰਾਤ ਬੀਤ ਜਾਂਦਾ। ਨਾਮ ਨਹੀਂ ਜਪਦਾ, ਸੰਸਾਰਿਕ ਧੰਦਿਆਂ 'ਚ ਪਿਆ ਰਹਿੰਦਾ। ਜਿਵੇਂ ਜਿੰਨੇ ਬਾਹਰ ਗਏ ਨੇ, ਇਹਨੇ ਕੋਈ ਨਹੀਂ ਨਾਮ ਜਪਦਾ। ਇਹਨਾਂ ਵਿਚਾਰੇ ਮਾਂ ਪਾਠ ਕਰਦੇ ਰਹਿੰਦੇ ਨੇ। ਮੈਂ ਕਿ ਤੇਰਾ ਮੁੰਡਾ ਕਰ ਲੈ, ਬਾਹਰ ਕਿੱਥੇ ਜੀ ਟਾਈਮ ਹੈ। ਮੈਂ ਫਿਰ ਬਾਹਰ ਦਾਣੇ ਲੈਣ ਗਿਆ, ਜਿਹਦੇ ਕੋਲ ਟਾਈਮ ਹੀ ਨਹੀਂ ਹੈ।
ਜਿਸ ਬੰਦੇ ਕੋਲੇ ਭਜਨ ਬੰਦਗੀ ਕਰ ਲਈ 1 ਘੰਟਾ ਨਹੀਂ ਹੈ, ਉਹ ਬਾਹਰ ਕੀ ਲੈਣ ਗਿਆ? ਜੋ ਇੱਥੇ ਭਜਨ ਬੰਦਗੀ ਕਰ ਦੇਣੀ, ਇਸੇ ਕੰਮ ਮਿਲ ਜਾਣਾ ਸੀ। ਭਜਨ ਬੰਦਗੀ ਕੀਤੀ ਨਹੀਂ, ਫਿਰੀ ਜਾਓ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸੰਸਾਰਕ ਧੰਦੇ ਕਰਦੇ ਕਦੇ ਦਿਨ ਰਾਤ ਬੀਤ ਜਾਂਦਾ। ਹੁਣ ਅੱਗੇ ਕਹਿੰਦੇ ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ। ਹਿਰਦੈ ਰਾਮ ਰਮੋ ਮੇਰੇ ਭਾਈ, ਹੇ ਮੇਰੇ ਭਰਾਓ, ਮਨ 'ਚ ਪਰਮਾਤਮਾ ਦਾ ਨਾਮ ਜਪੋ। ਰਮੋ ਮੈਨੇ ਜਪੋ। ਹਿਰਦੇ ਵਿੱਚ, ਮਨ ਵਿੱਚ, ਮਨ 'ਚ ਪਰਮਾਤਮਾ ਦਾ ਨਾਮ ਜਪੋ। ਫਿਰ ਕੀ ਹੋਏਗਾ? ਗੁਰਮੁਖ ਰਸਨਾ ਹਰ ਰਸਨ ਰਸਾਈ। ਫਿਰ ਗੁਰੂ ਦੇ ਰਾਹੀਂ ਇਹ ਜਿਹੜੀ ਤੇਰੀ ਰਸਨਾ ਜੀਭ ਹੈ ਨਾ, ਇਹ ਹਰ ਰਸ ਦੇ ਵਿੱਚ ਪੈ ਕੇ ਇਹਨੂੰ ਰਸਦਾਇਕ ਹੋ ਜਾਏਗੀ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਮਿੱਠੇ 'ਚ ਡਬੋ ਦਈਏ, ਉਹ ਚੀਜ਼ ਮਿੱਠੀ ਹੋ ਜਾਂਦੀ ਹੈ। ਇਸ ਤਰ੍ਹਾਂ ਹਰ ਰਸਨਾ ਦਾ ਵਾਰੀ ਵਾਰੀ ਵਾਹਿਗੁਰੂ 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 ਕਰਦੀ ਹੈ, ਇਹਨੂੰ ਹਰੀ ਰਸ ਆਉਣ ਲੱਗ ਜਾਂਦਾ। ਜਦੋਂ ਆਪਾਂ ਨੂੰ ਕਿਸੇ ਕੰਮ ਵਿੱਚ ਰਸ ਆਉਣ ਲੱਗ ਜਾਏ, ਕਿਸੇ ਚੀਜ਼ ਖਾਣ 'ਚ ਰਸ ਆਉਣ ਲੱਗ ਜਾਏ, ਆਪਾਂ ਫਿਰ ਲੱਗੇ ਰਹਿੰਦੇ ਹਾਂ। ਅਜੇ ਨਵੇਂ ਨਵੇਂ ਨਾ ਰਸ ਨਹੀਂ ਆ ਰਿਹਾ ਹੈ। ਇੱਕ ਹੁੰਦੇ ਸ਼ੂਗਰ ਕੋਟਡ ਗੋਲੀਆਂ, ਛੋਟੇ ਬੱਚਿਆਂ ਨੂੰ ਦਿੰਦੇ, ਉਹ ਤੋਂ ਮਿੱਠੀਆਂ ਨੇ। ਕਈ ਵਾਰੀ ਛੋਟਾ ਬੱਚਾ ਗੋਲੀ ਪਾਣੀ ਨਾਲ ਲੰਘਾ ਨਹੀਂ ਸਕਦਾ, ਜਾਚ ਨਹੀਂ ਉਹਨੂੰ ਹੁੰਦੀ। ਛੋਟਿਆਂ ਦਾ ਮੈਨੂੰ ਯਾਦ ਹੈ, ਇੱਕ ਵਾਰੀ ਮਲੇਰੀਆ ਹੋ ਗਿਆ, ਉਹ ਪੀਲੀ ਜਿਹੀ ਗੋਲੀ ਹੁੰਦੀ ਕੁਨੀਨ ਦੀ, ਉਹ ਮੈਨੂੰ ਕਹਿੰਦੇ ਖਾ, ਕਹਿੰਦੇ ਮੂੰਹ ਉੱਪਰ ਨੂੰ ਕਰ ਲੈ, ਵਿੱਚ ਗੋਲੀ ਰੱਖ ਮੂੰਹ 'ਚ, ਪਾਣੀ ਦਾ ਘੁੱਟ ਭਰ, ਉਹ ਲੰਘੇ ਨਾ। ਅਖੀਰ ਚੱਬੀ ਤਾਂ ਉਹ ਕੌੜੀ ਜ਼ਹਿਰ ਹੋ। ਕਿੰਨੀ ਦੇਰ ਤੱਕ ਮੂੰਹ ਕੌੜਾ ਰਿਹਾ। ਫਿਰ ਹੌਲੀ ਹੌਲੀ ਸ਼ੂਗਰ ਕੋਟਡ ਹੋ ਗਏ ਗੋਲੇ 'ਚ, ਉੱਤੋਂ ਮਿੱਠੀਆਂ ਨੇ, ਉਹ 'ਚ ਆਪੇ ਲੰਘ ਜਾਏ, ਜਿੰਨੇ ਚਿਰ ਲੰਘੇਗੀ ਉਨੇ ਚਿਰ ਉੱਤੇ ਮਿੱਠਾ ਹੈਗਾ। ਪਰ ਜਿਹੜੀ ਬਾਣੀ ਹੈ ਨਾ, ਇਹ ਅੰਦਰੋਂ ਸ਼ੂਗਰ, ਉੱਤੋਂ ਸ਼ੂਗਰ ਕੋਟਡ ਨਹੀਂ ਹੈ, ਇਹ ਅੰਦਰੋਂ ਮਿੱਠੀ ਹੈ। ਨਾਮ ਬਾਣੀ ਬਾਹਰੋਂ ਫਿੱਕੀ ਹੈ। ਇਹ ਐਸੀ ਗੋਲੀ ਹੈ ਜਿਹੜੀ ਬਾਹਰੋਂ ਫਿੱਕੀ ਹੈ, ਜਿਉਂ ਉਸ ਗੋਲੀ ਨੂੰ ਚੂਸੀ ਜਾਓ, ਅੰਦਰੋਂ ਮਿੱਠੀ ਹੈ। ਕਿਸੇ ਵੀ ਪਹਿਲਾਂ ਕਿਸੇ ਬੰਦੇ ਨੂੰ ਲਾਓ ਤਾਂ ਬਾਣੀ ਪੜ੍ਹ, ਨਾਮ ਜਪ, ਉਹ ਕहीं ਮਨ ਤਾਂ ਲੱਗਦਾ ਨਹੀਂ ਜੀ, ਕੋਈ ਰਸ ਤੇ ਆ ਨਹੀਂ ਰਿਹਾ। ਮੈਂ ਭਾਈ ਇਹ ਨਾ ਉੱਤੋਂ ਫਿੱਕੀ ਗੋਲੀ ਹੈ, ਇਹਨੂੰ ਚੂਸੀ ਜਾ ਵਿੱਚੋਂ ਮਿੱਠੀ, ਹੋਰ ਮਿੱਠੀ, ਹੋਰ ਮਿੱਠੀ, ਹੋਰ ਮਿੱਠੀ, ਹੇਠੋਂ ਇੰਨੀ ਮਿੱਠੀ ਹੈ ਕਿ ਤੂੰ ਛੱਡ ਨਹੀਂ ਸਕੇਂਗਾ। ਸੋ ਸ਼ੁਰੂ ਦੇ ਵਿੱਚ ਇਹ ਬਾਣੀ ਆਪਾਂ ਨੂੰ ਫਿੱਕੀ ਲੱਗਦੀ ਹੈ, ਨਾਮ ਫਿੱਕਾ ਲੱਗਦਾ, ਜੀ ਨਹੀਂ ਇਸ ਲਈ ਕਰਦਾ। ਹੌਲੀ ਹੌਲੀ ਫਿਰ ਰਸ ਆ ਜਾਂਦਾ, ਲੱਗਾ ਰਹਿੰਦਾ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ। ਗੁਰੂ ਰਾਹੀਂ, ਗੁਰਮੁਖ ਗੁਰੂ ਰਾਹੀਂ ਹਿਰਦੇ ਦੇ ਵਿੱਚ ਜਿਨ ਰਾਮ ਪਛਾਤਾ, ਜਿਸ ਨੇ ਪਰਮਾਤਮਾ ਨੂੰ ਜਾਣ ਲਿਆ। ਗੁਰੂ ਰਾਹੀਂ ਜਿਸ ਨੇ ਆਪਣੇ ਮਨ 'ਚ ਪਰਮਾਤਮਾ ਨੂੰ ਜਾਣ ਲਿਆ ਨਾ, ਜਗਜੀਵਨ ਸੇਵ ਜੁਗ ਚਾਰੇ ਜਤ। ਜਗਜੀਵਨ ਮੈਨੇ ਪਰਮਾਤਮਾ, ਸੇਵ ਪਾਓ ਸੇਵਾ ਕਰਕੇ, ਸਿਮਰਨ ਕਰਕੇ, ਉਹ ਪਰਮਾਤਮਾ ਦਾ ਸਿਮਰਨ ਕਰਕੇ ਜੁਗ ਚਾਰੇ ਜਤਾ, ਚਾਰਾਂ ਯੁੱਗਾਂ 'ਚ ਪ੍ਰਸਿੱਧ ਹੋ ਜਾਂਦਾ। ਨਾਮ ਜਪਣ ਵਾਲਾ ਯੁੱਗਾਂ ਤੱਕ ਪ੍ਰਸਿੱਧ ਹੋ ਜਾਂਦਾ, ਯੁੱਗਾਂ ਤੱਕ ਉਸ ਨੂੰ ਯਾਦ ਕਰਦੇ ਹੁੰਦੇ ਨੇ ਲੋਕ। ਧਰੂ ਪ੍ਰਹਿਲਾਦ ਵਰਗੇ ਸਤਯੁਗ 'ਚ ਹੋਏ ਨੇ। ਕਿੱਥੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਹੈ। ਜਿਹੜਾ ਵੀ ਬਾਣੀ ਨਾਲ ਜੁੜਿਆ ਉਹਨੂੰ ਇਹਨਾਂ ਦੋਨਾਂ ਦੇ ਨਾਮ ਆਉਂਦੇ। ਧਰੂ ਭਗਤ ਦਾ ਵੀ ਆਉਂਦਾ, ਪ੍ਰਹਿਲਾਦ ਦਾ ਵੀ ਨਾਮ ਆਉਂਦਾ, ਕਿਉਂ ਇਹਨਾਂ ਨਾਮ ਜਪੇ। ਇੱਕ ਵਾਰੀ ਦਸਮ ਪਾਤਸ਼ਾਹ ਦੇ ਦਰਬਾਰ ਲੱਗਾ, ਦੁਆਬੇ ਦਾ ਭਾਈ ਧਰਮ ਸਿੰਘ ਖੜਾ ਹੋ ਗਿਆ। ਕਹਿੰਦੇ ਮਹਾਰਾਜ ਜੀ,
ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਲੋਕ ਯਾਦ ਕਰਨ ਵੀ ਦੱਸੋ ਅਸੀਂ ਕੀ ਕਰੀਏ, ਕਿ ਕੋਈ ਖੂਹ ਲਵਾਈਏ, ਕੋਈ ਲੰਗਰ ਲਾਈਏ, ਕੋਈ ਧਰਮਸ਼ਾਲਾ ਬਣਾਈਏ, ਕੀ ਕਰੀਏ ਕਿ ਲੋਕ ਸਾਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ। 10ਵੇਂ ਪਾਤਸ਼ਾਹ ਕਹਿੰਦੇ ਤੁਸੀਂ ਕਬੀਰ ਸਾਹਿਬ ਦਾ ਨਾਮ ਸੁਣੇ? ਕਹਿੰਦੇ ਹਾਂਜੀ, ਸਾਰੇ ਸਿੱਖਾਂ ਸੁਣਿਆ। ਕਹਿੰਦੇ ਬਈ ਇਹ ਦੱਸੋ ਕੋਈ ਜਿੰਨੇ ਸੰਗਤ 'ਚ ਬੈਠੇ ਹੋ ਬਈ ਕਬੀਰ ਸਾਹਿਬ ਦੇ ਵੇਲੇ ਹਿੰਦੁਸਤਾਨ ਦਾ ਰਾਜਾ ਕੌਣ ਸੀ? ਉਹ ਕਿਸੇ ਨੂੰ ਵੀ ਨਾ ਪਤਾ, ਸਾਰੇ ਚੁੱਪ। ਕਹਿੰਦੇ ਦੇਖੋ ਗੁਰਮੁਖੋ, ਕਬੀਰ ਇੱਕ ਗਰੀਬ ਜਲਾਹੇ ਸਨ, ਉਹਨਾਂ ਦਾ ਨਾਮ ਤਾਂ ਤੁਸੀਂ ਜਾਣਦੇ ਹੋ। ਜਿਹੜਾ ਸਾਰੇ ਦੇਸ਼ ਦਾ ਰਾਜਾ ਸੀ ਉਸ ਦਾ ਨਾਮ ਤੁਸੀਂ ਨਹੀਂ ਜਾਣਦੇ। ਕਿਉਂ? ਕਬੀਰ ਸਾਹਿਬ ਨੇ ਨਾਮ ਜਪਿਆ, ਇਸ ਕਰਕੇ ਤੁਸੀਂ ਉਸ ਨੂੰ ਜਾਣਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਨੂੰ ਲੋਕ ਯਾਦ ਰੱਖਣ, ਫਿਰ ਨਾਮ ਜਪੋ। ਨਾਮ ਨੇ ਤੁਹਾਨੂੰ ਪ੍ਰਸਿੱਧ ਕਰ ਦੇਣਾ। ਇਸੇ ਨਾਮ ਜਪਣਾ ਪਏ ਜੇ ਜੀ ਇੱਛਾ ਵੀ ਹਾਂ ਯਾਦ ਰੱਖਣ। ਨਾਮ ਵੈਸੇ ਹੀ ਜਪਣਾ ਇਸ ਲਈ ਕਿ ਲੋਕ ਮੈਨੂੰ ਮਗਰੋਂ ਯਾਦ ਰੱਖਣ। ਲੋਕ ਯਾਦ ਰੱਖਣ ਨਾ, ਜਾਂ ਇਸ ਨਾਲ ਕੀ ਹੋ ਜਾਏਗਾ? ਪਹਿਲਾਂ ਕੀ ਪਰਮਾਤਮਾ ਦੇ ਦਰ 'ਤੇ ਜਾ ਕੇ ਕੋਈ ਆਦਰ ਮਾਣ ਮਿਲਿਆ? ਉਹ ਤਾਂ ਹੀ ਹੋਊਗਾ। ਰੇ ਰੇ ਦਰਗਾ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਦਰਗਾਹ 'ਚ ਗਿਆ ਕੋਈ ਦੁਰਕਾਰੇਗਾ ਨਹੀਂ, ਸਗੋਂ ਆਦਰ ਆਓ ਜੀ ਬੈਠੋ, ਆਓ ਜੀ ਬੈਠੋ। ਕਿਹਨੂੰ ਕਹਿੰਦੇ ਨੇ? ਜਿਹਨੇ ਨਾਮ ਜਪੇ। ਜੋ ਅੱਜ ਗੁਰਦਾਰ ਸਿੰਘ ਹੱਸ ਰਿਹਾ ਸੀ ਵੀ ਬੀਬੀ ਜੀ ਲਈ 63 ਪਾਠ ਤੋਂ ਉਹਦੇ ਜਿਉਂਦਿਆਂ ਹੋ ਗਏ ਅਖੰਡ ਪਾਠ, ਅਤੇ 100 ਅਖੰਡ ਪਾਠ ਦੇ ਮਰਨ ਤੋਂ ਬਾਅਦ ਹੋ ਗਿਆ ਹੈ। ਬਈ 163 ਪਾਠ ਉਹਦੇ ਹੋ ਚੁੱਕੇ ਨੇ ਹੁਣ। ਮੈਨੂੰ ਤਾਂ ਸੰਤ ਸੀਤਲ ਸਿੰਘ ਨੇ ਕਿਹਾ ਸੀ ਵੀ ਜਿੰਨਾ ਚਿਰ ਤੂੰ ਜਿਉਣਾ ਉਨਾ ਚਿਰ ਬੀਬੀ ਸੁਰਜੀਤ ਕੌਰ ਲਈ 2 ਅਖੰਡ ਪਾਠ ਹਰ ਮਹੀਨੇ ਕਰਾਉਣੇ ਹਨ। ਮੈਂ ਪਤਾ ਨਹੀਂ ਜੀ ਕਿੰਨੇ ਹੋ ਜਾਣਗੇ। ਉਹ ਅਸਲ ਲੱਗਿਆ ਕਿ ਜੇ ਐਸਾ ਨਾ ਹੋਵੇ ਧਰਮਰਾਜ ਖੜਾ ਹੋ ਜਾਏ, ਬੀਬੀ ਜੀ ਤੁਸੀਂ ਮੇਰੀ ਸੀਟ 'ਤੇ ਬਹਿ ਜਾਓ, ਇੰਨੇ ਅਖੰਡ ਪਾਠ ਹੋ ਜਾਣੇ ਨੇ, ਇੰਨੇ ਹੋ ਜਾਏ, ਰਿਕਾਰਡ ਹੀ ਹੋ ਜਾਂਦੇ ਇੱਕ। ਨਹੀਂ ਸੰਤ ਮਹਾਤਮਾ ਚਲਾਉਣਾ ਕਹਿੰਦੇ ਮੈਂ ਹਰ ਸਾਲ 1 ਅਖੰਡ ਪਾਠ ਨੂੰ ਯਾਦ 'ਚ ਕਰਾ ਦੇਣਾ। ਸੋ ਇਸ ਲਈ ਜਿਉਂਦੇ ਜੀ ਵੀ ਨਾਮ ਜਪੋ। ਅਤੇ ਮਗਰੋਂ ਭਾਈ ਜੇ ਆਰਥਿਕ ਹਾਲਤ ਤੁਹਾਡੀ ਠੀਕ ਹੈ ਤਾਂ ਤੁਹਾਡੇ ਮਾਤਾ ਪਿਤਾ ਜਿਸ ਨਾਲ ਤੁਹਾਡਾ ਪਿਆਰ ਸੀ ਉਹਦੇ ਨਿਮਿਤ ਪਾਠ ਕਰਦੇ ਕਰਾਉਂਦੇ ਰਹੋ। ਉਹ ਰੂਹ ਦਾ ਭਲਾ ਹੁੰਦਾ। ਇੱਥੋਂ ਜਦੋਂ ਅਰਦਾਸ ਹੁੰਦੀ ਉੱਥੇ ਰੂਹ ਨੂੰ ਪਤਾ ਲੱਗ ਜਾਂਦਾ ਵੀ ਹਾਂ ਮੇਰੇ ਨਿਮਿਤ ਪਾਠ ਹੋ ਗਿਆ ਹੈ, ਉੱਥੇ ਪਤਾ ਲੱਗਦਾ। ਬਸ ਤੁਹਾਨੂੰ ਜੀ ਪਤਾ ਹੁੰਦਾ। ਉਹ ਅਖੰਡ ਪਾਠ ਸ਼ੁਰੂ ਹੁੰਦੇ ਆਪਾਂ ਗਿੜ ਲਾ ਜਾਂਦੇ ਨੇ। ਜਦੋਂ ਜਿਹਦੀ ਯਾਦ 'ਚ ਆਪਾਂ ਇੱਥੇ ਅਖੰਡ ਪਾਠ ਕਰਦੇ ਕਿਸੇ ਗੁਰੂ ਦੇ, ਭਗਤ ਦੇ, ਸਾਧੂ ਦੇ, ਉਹ ਵੈਸੇ ਹੀ 48 ਘੰਟੇ ਦੀ ਗੇੜਾ ਲਾ ਦੇ ਪਾਏ ਸਾਡੇ ਲਈ ਅਗਲੇ ਪਾਠ ਕਰਾ ਰਹੇ ਨੇ, ਆਪਾਂ ਗੇੜੇ ਲਾਈਏ। ਸੋ ਇਸ ਲਈ 10ਵੇਂ ਪਾਤਸ਼ਾਹ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਮਰਨ ਤੋਂ ਬਾਅਦ ਤੁਹਾਨੂੰ ਦੁਨੀਆ ਯਾਦ ਰੱਖੇ ਤਾਂ ਫਿਰ ਨਾਮ ਜਪੋ। ਤਾਂ ਕਹਿੰਦੇ ਨੇ ਗੁਰੂ ਮਹਾਰਾਜ ਜਗ ਜੀਵਨ ਸੇਵ ਜੁਗ ਚਾਰੇ ਜਤ। ਪਰਮਾਤਮਾ ਦਾ ਸਿਮਰਨ ਕਰਕੇ ਮਨੁੱਖ 4 ਯੁੱਗਾਂ 'ਚ ਪ੍ਰਸਿੱਧ ਹੋ ਜਾਂਦਾ ਹੈ। ਹਉਮੈ ਮਾਰ ਗੁਰ ਸ਼ਬਦ ਪਛਾਤਰ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਨੇ ਸਾਨੂੰ ਸ਼ਬਦ ਵਿੱਚ 2 ਚੀਜ਼ਾਂ ਹੁੰਦੀਆਂ। ਇੱਕ ਹੁੰਦਾ ਗੁਰਮੰਤਰ, ਦੂਜਾ ਹੁੰਦਾ ਬਾਣੀ। ਬਾਣੀ ਰਾਹੀਂ ਅਤੇ ਗੁਰਮੰਤਰ ਰਾਹੀਂ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ। ਫਿਰ ਕੀ ਕਰਦਾ? ਪਛਾਤਾ, ਉਹ ਪਰਮਾਤਮਾ ਨੂੰ ਜਾਣ ਲੈਂਦਾ ਹੈ। ਕਿ ਉਹ ਜੋ ਅੰਦਰ ਹਉਮੈ ਖਤਮ ਹੁੰਦੀ ਪਰਮਾਤਮਾ ਪ੍ਰਗਟ ਹੋ ਜਾਂਦਾ। ਬਸ ਉਹਦੀ ਕੋਈ ਸ਼ਰਤ ਉਹਦੀ ਵੀ ਹਉਮੈ ਕਰਕੇ ਤੁਹਾਡਾ ਮਨ ਮੈਲਾ ਹੈ, ਤੁਸੀਂ ਹਉਮੈ ਛੱਡ ਦਿਓ, ਤੁਹਾਡਾ ਮਨ ਸਾਫ਼ ਹੋ ਜਾਵੇ, ਪ੍ਰਗਟ ਹੋ ਜਾਵੇ। ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ,
ਦੋਏ ਨਾ ਵਸੈ ਇੱਕ ਠਾਈ। ਹਉਮੈ ਦਾ ਤੇ ਨਾਮ ਦਾ ਆਪਸੀ ਵਿਰੋਧ ਹੈ, ਦੋਨੋਂ ਇੱਕੋ ਥਾਂ 'ਤੇ ਨਹੀਂ ਹੋ ਸਕਦੇ। ਨਾਮ ਜਪਦਿਆਂ ਜਪਦਿਆਂ ਜਿਉਂ-ਜਿਉਂ ਹਉਮੈ ਘਟੇਗੀ, ਤਿਉਂ-ਤਿਉਂ ਨਾਮ ਦੇ ਵਿੱਚ ਰਸ ਆਵੇਗਾ। ਇਹ ਖਿਆਲ ਰੱਖਣਾ। ਜਿੱਥੇ ਜ਼ਿਆਦਾ ਹਉਮੈ ਆ ਗਈ ਉੱਥੇ ਨਾਮ ਜਪਣ ਨੂੰ ਜੀਓ ਹੀ ਨਹੀਂ ਕਰਦਾ। 2-4 ਮਿੰਟ ਕਰੂਗਾ, ਨਹੀਂ ਕੋਈ ਫਾਇਦਾ। ਉਹ ਪਰ ਜੇ ਜਪੀ ਜਾਏਗਾ ਜਪੀ ਜਾਏਗਾ ਜਪੀ ਜਾਏਗਾ ਅਤੇ ਵਾਰੀ ਵਾਰੀ ਆਪਣੇ ਮਨ 'ਚ ਲਿਆਵੇ ਕਿ ਜੋ ਕੁਛ ਵੀ ਮੇਰੇ ਕੋਲ ਹੈ, ਮੇਰੇ ਸਰੀਰ ਸਮੇਤ, ਉਹ ਸਭ ਪਰਮਾਤਮਾ ਦੇ ਦਿੱਤਾ ਹੋਇਆ, ਅਤੇ ਕਿਸੇ ਦੇ ਦਿੱਤੇ ਦੇ ਕਾਹਦਾ ਮਾਣ ਕਰਨਾ? ਕਿਸੇ ਦੇ ਦਿੱਤੇ ਦੇ ਕਾਹਦਾ ਮਾਣ ਕਰਨਾ? ਕਈ ਵਾਰੀ ਬੰਦੇ ਨੂੰ ਬਹੁਤ ਹੁਸ਼ਿਆਰ ਹੈ ਬੱਚਾ, ਉਹਨੂੰ ਮਾਣ ਹੋ ਸਕਦਾ ਮੈਂ ਬਹੁਤ ਹੁਸ਼ਿਆਰ ਹਾਂ। ਅਗਰ ਤੁਹਾਡੇ ਬੱਚੇ ਕਦੇ ਮੂੰਹ ਇਸ ਤਰ੍ਹਾਂ ਨਿਕਲੇ ਨਾ, ਉਹਨੂੰ ਕਹਿਣਾ ਕਾਕਾ ਇਹ ਜੇ ਤੂੰ ਹੁਸ਼ਿਆਰ ਹੈ ਨਾ, ਇਹ ਤਾਂ ਪਰਮਾਤਮਾ ਨੇ ਤੈਨੂੰ ਦਿਮਾਗ ਦਿੱਤਾ। ਜੇ ਮੰਨ ਲਓ ਤੈਨੂੰ ਦਿਮਾਗ ਹੀ ਨਹੀਂ ਦਿੰਦਾ, ਫਿਰ ਤੂੰ ਕੀ ਕਰ ਲੈਂਦਾ? ਕਈ ਵਾਰੀ ਕੀ ਹੁੰਦਾ ਹੈ, ਬੱਚਾ ਮਿਹਨਤੀ ਹੈ ਪਰ ਦਿਮਾਗ ਘੱਟ ਹੈ। ਕਈ ਵਾਰੀ ਦਿਮਾਗ ਬਹੁਤ ਹੈ, ਉਹ ਮਿਹਨਤੀ ਨਹੀਂ ਹੈ। ਦਿਮਾਗ ਕੁਦਰਤ ਵੱਲੋਂ ਹੁੰਦਾ, ਅਸੀਂ ਦਿਮਾਗ ਨੂੰ ਵਧਾ ਨਹੀਂ ਸਕਦੇ। ਜਿਹੜਾ ਕੁਦਰਤ ਵੱਲੋਂ ਮਿਲ ਗਿਆ ਮਿਲ ਗਿਆ, ਇਹ ਕੁਦਰਤ ਵੱਲੋਂ ਮਿਲਦਾ। ਕਈ ਬੱਚੇ ਸਾਨੂੰ ਆਉਂਦੇ, ਸਰ ਜੀ ਮੈਂ ਯਾਦ ਤਾਂ ਬਥੇਰਾ ਕਰਦਾ, ਯਾਦ ਵੀ ਹੋ ਜਾਂਦਾ ਪਰ ਕੋਈ ਸਮੇਂ ਬਾਅਦ ਭੁੱਲ ਜਾਂਦਾ। ਯਾਦ ਸ਼ਕਤੀ ਕਮਜ਼ੋਰ ਹੈ ਨਾ। ਸਾਨੂੰ ਪਤਾ ਹੈ ਵੀ ਬੱਚਾ ਠੀਕ ਕਹਿ ਰਿਹਾ ਹੈ, ਯਾਦ ਕਰਦਾ ਹੈ, ਯਾਦ ਹੋ ਵੀ ਜਾਂਦਾ ਹੈ, ਪਰ ਯਾਦ ਸ਼ਕਤੀ ਕਮਜ਼ੋਰ ਹੋਣ ਕਾਰਨ ਕੋਈ ਦੇਰ ਬਾਅਦ ਭੁੱਲ ਜਾਂਦਾ ਹੈ। ਇਹ ਹੁਣ ਕੁਦਰਤ ਵੱਲੋਂ ਹੈ। ਅਸੀਂ ਵੀ ਉਸ ਬੱਚੇ ਨੂੰ ਬਹੁਤਾ ਨਹੀਂ ਝਿੜਕ ਸਕਦੇ ਵੀ ਆਪਣੇ ਵੇਲੇ ਤਾਂ ਮਿਹਨਤ ਕਰ ਰਿਹਾ, ਕੀ ਕਰੀਏ ਵੀ ਹੁਣ? ਦਾਦੇ ਵੇਲੇ ਦਿਮਾਗ ਹੀ ਨਾ ਦਿੱਤਾ ਹੋਇਆ ਹੈ। ਇਸ ਲਈ ਕਦੇ ਵੀ ਤੁਹਾਡਾ ਬੱਚਾ ਹੁਸ਼ਿਆਰ ਹੈ ਜਾਂ ਕੋਈ ਵੀ ਉਹਦੇ 'ਚ ਗੁਣ ਹੈ, ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਸ ਗੁਣ ਦੀ ਉਹਦੇ ਅੰਦਰ ਕਿਤੇ ਹਉਮੈ ਨਾ ਪੈਦਾ ਹੋ ਜਾਏ। ਉਹਨੂੰ ਯਾਦ ਕਰਾਉਂਦੇ ਰਹਿਣਾ, ਕਾਕਾ ਜਿਹੜਾ ਤੇਰੇ 'ਚ ਆਹ ਗੁਣ ਹੈ ਨਾ, ਇਹ ਦਾਤੇ ਦਾ ਦਿੱਤਾ ਹੋਇਆ ਹੈ, ਇਹ ਤੇਰੇ ਆਪਣੇ ਕਾਰਨ ਨਹੀਂ ਹੈ, ਕਿਤੇ ਕੋਈ ਮੇਰੇ ਆਪਣੇ ਕਾਰਨ ਹੈ, ਕਿਤੇ ਪਰਮਾਤਮਾ ਨੇ ਤੈਨੂੰ ਸੋਝੀ ਬਖਸ਼ੀ ਹੋਈ ਹੈ, ਇਸ ਕਰਕੇ ਤੇਰੇ ਅੰਦਰ ਗੁਣ ਹੈ, ਤੂੰ ਪਰਮਾਤਮਾ ਦਾ ਧੰਨਵਾਦ ਕਰਿਆ ਕਰ। ਕੀ ਪਤਾ ਕਦੋਂ ਗੁਣ ਲੈ ਲੈ ਅਤੇ ਔਗਣ ਆ ਜਾਣ, ਉਹਦੀ ਮਰਜ਼ੀ ਹੈ। ਉਹਦੀ ਮਰਜ਼ੀ ਹੈ, ਔਗਣ ਲੈ ਕੇ ਗੁਣ ਦੇ ਸਕਦਾ, ਗੁਣ ਲੈ ਕੇ ਔਗਣ ਦੇ ਸਕਦਾ। ਅਸੀਂ ਕੀ ਕਰ ਸਕਦੇ ਉੱਥੇ? ਭਾਵੇਂ ਅਸੀਂ ਕਿੰਨੇ ਵੀ ਸਿਆਣੇ ਕਿਉਂ ਨਾ ਹੋਈਏ। ਅੱਜ ਜਿਹੜੇ ਬਾਬੇ ਜੇਲ੍ਹਾਂ 'ਚ ਨੇ, ਮੈਂ ਇਹਦੇ ਕੈਸਟਾਂ ਸੁਣੀਆਂ ਹੋਈਆਂ, ਬਹੁਤ ਸਿਆਣੇ ਸਨ, ਐਵੇਂ ਕਹੀਏ ਸੁਣੀ ਕਿ ਬਹੁਤ ਵਧੀਆ ਗੱਲਾਂ ਕਰਦੇ ਸਨ, ਬੜੀਆਂ ਸਿਆਣੀਆਂ ਗੱਲਾਂ ਕਰਦੇ ਸਨ। ਸਰਸੇ ਵਾਲੇ ਦੀ ਮੈਂ ਸੁਣੀ ਸੀ, ਉਹ ਕੁਦਰਤੀ ਸਵੇਰੇ ਸਵੇਰੇ ਲਾ ਲਿਖਦੇ, ਕਈ ਸਾਲਾਂ ਦੀ ਗੱਲ ਹੈ। ਉਹ ਕਹਿੰਦੇ ਦੇਖੋ ਗੁਰਬਾਣੀ 'ਚ ਆਉਂਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਵੀ ਇਹਦਾ ਨਹੀਂ ਕਿ ਜਿੰਨਾ ਤੁਹਾਡੇ ਕੋਲ ਧਨ ਹੈ ਸਾਰਾ ਗੁਰੂ ਨੂੰ ਦੇ ਦਿਓ, ਫਿਰ ਤੁਸੀਂ ਰੋਟੀ ਕਿੱਥੋਂ ਖਾਓਗੇ? ਕਹੇ ਜੇ ਤੁਸੀਂ ਸਿੱਧੇ ਅਰਥ ਲਵੋਗੇ ਇਸ ਦੇ, ਤਾਂ ਹੀ ਨਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਕਹੇ ਜੇ ਤੁਸੀਂ ਸਾਰਾ ਧਨ ਗੁਰੂ ਨੂੰ ਦੇਤਾ, ਟੱਬਰ ਕਿਵੇਂ ਪਾਲੋਗੇ, ਰੋਟੀ ਕਿਵੇਂ ਖਾਓਗੇ? ਇਹ ਤਾਂ ਕਦੇ ਮਤਲਬ ਆਹ ਨਹੀਂ ਹੈਗਾ। ਧਨ ਅਰਪਣ ਦਾ ਮਤਲਬ ਹੈ ਆਪਣੇ ਸਰੀਰ ਨਾਲ ਉਹ ਕੰਮ ਕਰੋ ਜੋ ਤੁਹਾਡਾ ਗੁਰੂ ਕਰਨ ਨੂੰ ਕਹਿੰਦਾ। ਇਹ ਹੈ ਗੁਰੂ ਧਨ ਅਰਪਣ ਕਰਨਾ। ਮਨ ਗੁਰੂ ਨੂੰ ਅਰਪਣ ਕਰਨਾ ਹੈ। ਮਨ ਨਾਲ ਉਹ ਸੋਚੋ ਜੋ ਗੁਰੂ ਦੀ ਸਿੱਖਿਆ ਅਨੁਸਾਰ ਹੈ। ਜਿਵੇਂ ਗੁਰੂ ਮਰ ਗਏ ਇਸ ਤਰ੍ਹਾਂ ਸੋਚੋ, ਉਸ ਤਰ੍ਹਾਂ ਸੋਚਣਾ, ਇਹ ਮਨ ਅਰਪਣ ਕਰਨਾ। ਜਿਹੜਾ ਧਨ ਹੈ ਉਸ ਦੀ ਵਰਤੋਂ ਉਸ ਤਰ੍ਹਾਂ ਕਰਨੀ ਹੈ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ। ਆਪਣੀ ਮਰਜ਼ੀ ਨਾਲ ਹੀ ਵਰਤੋਂ ਕਰਨੀ, ਧਨ ਦੀ ਉਸ ਤਰ੍ਹਾਂ ਵਰਤੋਂ ਕਰਨੀ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ। ਇਹ ਹੈ ਤਨ ਮਨ ਧਨ ਸੌਂਪਣਾ। ਜਦੋਂ ਤੁਸੀਂ ਤਿੰਨਾਂ ਚੀਜ਼ਾਂ ਨੂੰ ਠੀਕ ਵਰਤਣ ਦੀ ਤੁਹਾਨੂੰ ਜਾਚ ਆ ਜਾਏਗੀ, ਗੁਰੂ ਵੀ ਖੁਸ਼ ਅਤੇ ਤੁਸੀਂ ਵੀ ਖੁਸ਼। ਇਹ ਗੱਲ ਤਾਂ ਬਹੁਤ ਵਧੀਆ ਸਮਝਾਈ ਨਾ। ਨਹੀਂ ਤਾਂ ਕਹਿੰਦਾ ਹਾਂ ਜੀ
ਬਾਣੀ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਵੀ ਜੇ ਮੈਂ ਧਨ ਹੀ ਸਾਰਾ ਗੁਰੂ ਨੂੰ ਦਿੱਤਾ ਬਾਕੀ ਖਾਵਾਂਗੇ ਕੀ। ਪਰ ਜਦੋਂ ਬਹੁਤ ਮਾਨਤਾ ਕਿਸੇ ਬੰਦੇ ਦੀ ਹੁੰਦੀ ਹੈ, ਇਹ ਸੂਖਸ਼ਮ ਹਉਮੈ ਅੰਦਰ ਆਉਂਦੇ, ਇਸ 'ਚ ਕੋਈ ਸ਼ੱਕ ਨਹੀਂ। ਬ੍ਰਹਮ ਗਿਆਨੀ ਤੋਂ ਬਿਨਾਂ ਇਹ ਹਉਮੈ ਆਵੇਗੀ ਹੀ ਆਵੇਗੀ। ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਇਹ ਚੀਜ਼ ਆਪੇ ਖਤਮ ਹੋ ਜਾਂਦੀਆਂ, ਆਪੇ ਖਤਮ ਹੋ ਜਾਂਦੀਆਂ, ਕਿਉਂਕਿ ਉਹਨੂੰ ਗਿਆਨ ਹੋ ਜਾਂਦਾ ਹੈ। ਇਸ ਲਈ ਹਉਮੈ ਜਦੋਂ ਆਉਂਦੀ ਹੈ ਉਦੋਂ ਹੀ ਗੜਬੜ ਹੁੰਦੀ। ਪਰਮਾਤਮਾ ਕੀ ਕਰਦਾ ਵੀ ਅੱਛਾ ਇਹ ਸਮਝਦਾ ਵੀ ਮੇਰੇ ਗੁਣ ਕਾਰਨ ਮੇਰਾ ਆਦਰ ਮਾਣ ਸਤਿਕਾਰ ਸੰਸਾਰ 'ਚ ਹੋ ਰਿਹਾ ਹੈ। ਇਹ ਤਾਂ ਮੈਂ ਇਹਨੂੰ ਗੁਣ ਦਿੱਤਾ ਸੀ, ਇਹ ਤਾਂ ਮੈਂ ਇਹਨੂੰ ਗੁਣ ਦਿੱਤਾ ਸੀ, ਜਿਸ ਕਰਕੇ ਇਹਦਾ ਆਦਰ ਮਾਣ। ਇਹ ਕਹਿੰਦਾ ਮੇਰੇ ਗੁਣ ਕਾਰਨ ਹੈ, ਉਹ ਗੁਣ ਵਾਪਸ ਲੈ ਲੈਂਦਾ। ਉਹ ਕੀ ਕਰਦਾ, ਗੁਣ ਵਾਪਸ ਲੈ ਲੈਂਦਾ, ਨਿਬੜਿਆ ਕੰਮ। ਬੁੱਲੇ ਸ਼ਾਹ ਨਾਲ ਵੀ ਐਂ ਹੋਇਆ ਸੀ। ਲਓ ਜੀ, ਬੁੱਲੇ ਸ਼ਾਹ ਨੂੰ ਗਿਆਨ ਕਰਵਾਤਾ ਅਨਾਇਤ ਸ਼ਾਹ ਦੇ ਗੁਰੂ ਨੇ। ਉਹ ਵਿਚਾਰਾ ਅਰਾਈ ਸੀ, ਅਜੇ ਸਬਜ਼ੀ ਸੁਬਜ਼ੀ ਬੀਜਦੇ ਗੁਰੂ। ਇਹ ਉੱਚੀ ਜਾਤੀ ਦਾ ਸੀ, ਇਹ ਉੱਚੀ ਜਾਤੀ ਦਾ ਸੀ ਮੁਸਲਮਾਨਾਂ ਦੇ ਵਿੱਚ। ਬੁੱਲੇ ਸ਼ਾਹ ਇਹ ਸੈਯਦ ਸੀ। ਜਿਹੜੇ ਸੈਯਦ ਨੇ ਮੁਸਲਮਾਨਾਂ 'ਚ, ਉਹ ਕਹਿੰਦੇ ਅਸੀਂ ਜਿਹੜਾ ਮੁਹੰਮਦ ਸਾਹਿਬ ਦੇ ਉਹਦੇ ਵਿੱਚੋਂ ਖਾਨਦਾਨ 'ਚੋਂ ਹਾਂ। ਚਲੋ ਗੁਰੂ ਨੇ ਕਿਹਾ ਭਾਈ ਬੁੱਲਿਆ ਹੁਣ ਤੈਨੂੰ ਪ੍ਰਾਪਤੀ ਹੋ ਗਈ ਹੈ ਅਤੇ ਤੂੰ ਜਾ ਆਪਣਾ ਡੇਰਾ ਬਣਾ ਲੈ। ਬੁੱਲੇ ਨੇ ਆਪਣਾ ਸਥਾਨ ਬਣਾ ਲਿਆ। ਆਦਰ ਮਾਣ ਸਤਿਕਾਰ ਹੋਣਾ ਸ਼ੁਰੂ ਹੋ ਗਿਆ ਹੈ। ਸੰਗਤ ਬਹੁਤ ਆਉਣ ਲੱਗ ਪਈ ਹੈ। ਕਦੇ ਕਿਸੇ ਪੁੱਛੇ ਹੀ ਨਹੀਂ ਤੁਹਾਡੇ ਗੁਰੂ ਕੌਣ ਹੈ, ਨਾ ਕਦੇ ਉਹਨੇ ਆਪਣੇ ਗੱਲਬਾਤ 'ਚ ਗੁਰੂ ਦਾ ਧੰਨਵਾਦ ਕੀਤਾ ਕਦੇ ਹੈ। ਇੱਕ ਵਾਰੀ ਅਨਾਇਤ ਸ਼ਾਹ ਉਹਨਾਂ ਦੇ ਗੁਰੂ ਉਹਦੇ ਡੇਰੇ ਅੱਗੋਂ ਲੰਘ ਰਹੇ ਨੇ, ਦਰਵਾਜ਼ਾ ਖੁੱਲ੍ਹਾ। ਉਹਨੇ ਕਿਹਾ ਚੱਲ ਬੁੱਲੇ ਨੂੰ ਮਿਲ ਹੀ ਚੱਲੀਏ। ਬੁੱਲੇ ਦੀ ਵੀ ਨਿਗਾਹ ਗੁਰੂ 'ਤੇ ਪੈ ਗਈ। ਦੇਖੋ ਬਦਕਿਸਮਤ ਦੀ, ਨਹੀਂ ਤੇ ਖੁਸ਼ੀ ਹੋਣੀ ਚਾਹੀਦੀ ਸੀ ਵੀ ਮੇਰਾ ਗੁਰੂ ਇੰਨੇ ਸਾਲਾਂ ਬਾਅਦ ਮੈਨੂੰ ਮਿਲਣ ਆਇਆ। ਆਪਣੇ ਚੇਲੇ ਵੱਲ ਕਹਿੰਦੇ ਮੇਰੇ ਗੁਰੂ ਮਹਾਰਾਜ ਉੱਠੋ ਚਲੋ ਵੀ ਅੱਗੇ ਚਲੇ ਸਵਾਗਤ ਕਰ ਲਿਆਈਏ। ਮਨ 'ਚ ਸੋਚਦਾ ਓਹੋ ਜੇ ਗੁਰੂ ਮਹਾਰਾਜ ਅੰਦਰ ਆ ਗਏ ਮੈਨੂੰ ਖੜ੍ਹੇ ਹੋਣਾ ਪੈਣਾ, ਅਤੇ ਚੇਲਿਆਂ ਸੋਚਣਾ ਅੱਛਾ ਸਾਡੇ ਗੁਰੂ ਤੋਂ ਵੱਡਾ ਕੋਈ ਹੈ। ਹੁਣ ਉਹ ਜਾਣੀ ਜਾਣ ਸਨ, ਉਹ ਉੱਥੇ ਮੁੜ ਗਏ। ਉਹ ਜੋ ਉਹਨਾਂ ਨੇ ਬਖਸ਼ਿਸ਼ ਕੀਤੀ ਸੀ ਨਾ ਉਹ ਸਾਰੀ ਵਾਪਸ ਲੈ ਲਈ। ਬੁੱਲਾ ਖਾਲੀ ਹੋ ਗਿਆ। ਹੁਣ ਕੋਈ ਸ਼ਕਤੀ, ਕੋਈ ਰਿੱਧੀ ਸਿੱਧੀ ਕੋਈ ਰਹੀ ਕੋਈ ਨਹੀਂ, ਮਗਰ ਪਛਤਾਉਂਦਾ। ਹੁਣ 12 ਸਾਲ ਆਪਣੇ ਗੁਰੂ ਦੇ ਬੂਹੇ 'ਤੇ ਜਾ ਕੇ ਨੱਚਦਾ ਰਿਹਾ ਵੀ ਕਿਸੇ ਤਰ੍ਹਾਂ ਮੇਰਾ ਗੁਰੂ ਦੁਬਾਰਾ ਖੁਸ਼ ਹੋ ਜਾਏ। 12 ਸਾਲਾਂ ਬਾਅਦ ਅਨਾਇਤ ਸ਼ਾਹ ਕਹਿੰਦੇ ਬੁੱਲਿਆ ਜਾ ਤੈਨੂੰ ਮੁਆਫ ਕੀਤਾ, ਪਰ ਤੇਰੀ ਪਹਿਲਾਂ ਵਾਲੀ ਗੱਲ ਨਹੀਂ ਬਣਨੀ, ਪਹਿਲਾਂ ਵਾਲੀ ਗੱਲ ਨਹੀਂ ਬਣਨੀ। ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਕਿ ਜੋ ਸਾਡੇ ਵਿੱਚ ਗੁਣ ਹੈ ਕਿਸੇ ਦਾ ਦਿੱਤਾ ਹੋਇਆ, ਅਸੀਂ ਆਪਣਾ ਸਮਝ ਕੇ ਉਸ ਨੂੰ ਮਾਣ ਕਰਨ ਲੱਗ ਜਾਂਦੇ ਹਾਂ। ਉੱਥੇ ਗੜਬੜ ਸਾਰੀ ਹੋ ਜਾਂਦੀ, ਉੱਥੇ ਸਾਰੀ ਗੜਬੜ। ਜੋ ਕੁਛ ਵੀ ਤੁਹਾਡੇ ਕੋਲ ਹੈ, ਤੁਸੀਂ ਦੂਜਿਆਂ ਨਾਲੋਂ ਅਮੀਰ ਹੋ ਮੰਨ ਲਓ। ਇਹ ਨਾ ਸੋਚੋ ਮੈਂ ਆਪਣੀ ਸਿਆਣਪ ਕਾਰਨ ਅਮੀਰ ਹਾਂ। ਸਿਆਣਪ ਪਰਮਾਤਮਾ ਨੇ ਦਿੱਤੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਸਿਆਣਪ ਕਾਰਨ ਹੀ ਆਪਣੇ ਦੂਜੇ ਰਿਸ਼ਤੇਦਾਰਾਂ ਤੋਂ ਵੱਧ ਅਮੀਰ ਹੋ। ਪਰ ਇਹ ਨਾ ਕਹੋ ਮੈਂ ਸਿਆਣਾ ਅਤੇ ਕਮਲੇ ਨੇ। ਜਿਸ ਸਿਆਣਪ ਕਰਕੇ ਤੁਸੀਂ ਅਮੀਰ ਹੋਏ, ਉਹ ਸਿਆਣਪ ਦੇ ਤੁਹਾਨੂੰ ਪਰਮਾਤਮਾ ਨੇ ਦਿੱਤੇ, ਉਹਨੇ ਨਹੀਂ ਦਿੱਤੀ, ਤੈਨੂੰ ਦਿੱਤੀ। ਫਿਰ ਹਉਮੈ ਨਹੀਂ ਆਏਗੀ, ਨਹੀਂ ਤਾਂ ਆ ਸਕਦੀ ਹੈ। ਆ ਸਕਦੀ ਹੈ ਤਾਂ ਫਿਰ ਅੰਦਰ ਨਾਮ ਨੇ ਵਸਣਾ ਨਹੀਂ ਹੈ। ਨਾਮ ਵਸਿਆ ਨਾ, ਫਿਰ ਸਾਰੇ ਵਾਰ ਵਾਹਿਗੁਰੂ ਵਾਹਿਗੁਰੂ ਕਰਦੇ ਰਹਿ ਗਏ, ਗੱਲ ਬੜੀ ਕੋਈ ਨਾ। ਇਸ ਲਈ ਆਪ ਵੀ ਅਗਰ ਆ ਜਾਏ ਕਦੇ ਹਉਮੈ ਆ ਜਾਂਦੇ ਸੂਖਸ਼ਮ। ਅਸੀਂ ਕਿਹੜਾ ਬ੍ਰਹਮ ਗਿਆਨੀ ਹਾਂ, ਕੋਈ ਸਾਡੀ ਵਡਿਆਈ ਆ ਕੇ ਕਰਦੇ ਤਾਂ ਵੀ ਮਨ ਖੁਸ਼ ਹੁੰਦਾ। ਮਨ ਹੋ ਜਾਂਦਾ ਕਿ ਨਹੀਂ? ਮਨ ਕਿਉਂ ਖੁਸ਼ ਹੋਇਆ? ਅੰਦਰ ਜਿਹੜੀ ਹਉਮੈ ਸੀ ਨਾ ਉਹਨੂੰ ਪੱਠੇ ਪੈ ਗਏ। ਡੰਗਰ ਭੁੱਖਿਆ ਉਹਨੂੰ ਪੱਠੇ ਪਾ ਕੇ ਖੁਸ਼ ਹੁੰਦੇ ਨਾ, ਅੰਦਰ ਹਉਮੈ ਖੁਸ਼ ਹੋ ਗਈ ਵਡਿਆਈ ਸੁਣ ਕੇ। ਕਿਸੇ ਨੇ ਆ ਕੇ ਨਿੰਦਿਆ ਕਰਤੀ ਹੈ, ਅੰਦਰ ਹਉਮੈ ਨੂੰ ਸੱਟ ਵੱਜੀ ਹੈ, ਉਦਾਸ ਹੋ ਗਿਆ ਹੈ।
ਇਹਦਾ ਮਤਲਬ ਅਜੇ ਦਿੱਲੀ ਦੂਰ ਹੈ, ਅਜੇ ਦਿੱਲੀ ਦੂਰ ਹੈ। ਕੋਈ ਚੰਗਾ ਕਹਿ ਗਿਆ, ਮੰਦਾ ਕਹਿ ਗਿਆ, कोई बुरा कहो कोई भला कहो, हम तो तन दिया है ढार। कबीर साहब कहते है सच्चे पातशाह मैं तो अपना तान ही तेनों अर्पण कर दिता, हुण मैनूं कोई चंगा कहो चाहे माड़ा कहो, मैनूं चंगा कह रहे तेरे कारण कह रहे, माड़ा कह रहे तो भी तेरे कारण कह रहे, मैं तो अपना आप तेनों अर्पण करता है। फिर निबड़िया कहो। तो जे किसी मेरे चेले ने आके तो बाबा जी वो फलाना स्टेज ते ऐ कह रहा सी सानूं, ते उधर मैं स्टेज ते बैठा ते मैं फिर ओहदे ते तवे लाण लग जाना, फिर ओनू कहणगे ओहदे चेले ओ बाबा जी ऐ तुहानूं कहदा सी, फिर वो लग जाएगा, फिर वो लग जाएगा, नतीजा की निकलेगा, लड़ाई होएगी, गोली ਚੱਲਣਗੀ। कारण की है कि दूजे ने निंदिया की, साड़ी हौमे नूं सट वजी, अंदर हौमे बहुत ज़्यादा अजे रब दूर है, ये ख्याल रखना। तां गुरु महाराज कहंदे हौमे मार गुर शब्द पछत, गुरु दे शब्द रही जदों मनुख अपने अंदरों हौमे नूं मार लैंदा, फिर उहनूं परमात्मा की पहचान हो जाती। फिर की परमात्मा की करता, फिर कृपा करे प्रभ करम विधाता। ਕਰਮ ਵਿਧਾਤਾ ਜਿਹੜਾ ਸਾਡੇ ਕਰਮਾਂ ਦਾ ਫਲ ਦੇਣ ਵਾਲਾ ਹੈ, ਪਰਮਾਤਮਾ ਸਾਡੇ ਕਰਮਾਂ ਦਾ ਫਲ ਦਿੰਦਾ। ਕਰਮ ਅਸੀਂ ਕਰਦੇ ਹਾਂ। ਵੈਸੇ ਤਾਂ ਜਦੋਂ ਸਾਨੂੰ ਬ੍ਰਹਮ ਗਿਆਨ ਹੋ ਜਾਏਗਾ ਨਾ, ਫਿਰ ਤੇ ਗੁਰਬਾਣੀ ਨੇ ਕਰਮ ਸੁਕਰਮ ਕਰਾਏ ਆਪੇ। ਪਰਮਾਤਮਾ ਹੀ ਸਾਡੇ ਤੋਂ ਚੰਗੇ ਤੇ ਮੰਦੇ ਕੰਮ ਕਰਵਾ ਰਿਹਾ, ਸਾਡੇ ਵੱਸ 'ਚ ਕੁਛ ਨਹੀਂ ਹੈ, ਸਾਡੇ ਵੱਸ 'ਚ ਕੁਛ ਨਹੀਂ। ਉਹ ਕਦੇ ਚੰਗੇ ਕਰਾ ਦੇ, ਕਦੇ ਮੰਦੇ ਕਰ ਲੈਂਦੇ। ਕਰਮ ਸੁਕਰਮ ਕਰਾਏ ਆਪੇ, ਜਿੱਥੇ ਜਿੱਥੇ ਭਾਵੈ ਜਿੱਥੇ ਲੱਗਣਾ, ਜਿਵੇਂ ਨੂੰ ਪਾਉਂਦਾ ਉਸ ਬੰਦਾ ਕਰ ਰਿਹਾ ਹੈ। ਇਹ ਬ੍ਰਹਮ ਗਿਆਨ ਦੀ ਬੱਤਾ ਨਹੀਂ, ਆ ਸਿੱਧੇ ਹੀ ਹੈ ਕਿ ਜੋ ਅਸੀਂ ਕਰਮ ਕੀਤੇ ਪਰਮਾਤਮਾ ਦਾ ਫਲ ਦੇਣਾ ਸਾਨੂੰ। ਉਹਨੂੰ ਕਹਿੰਦੇ ਕਰਮ ਵਿਧਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਉਹ ਪਰਮਾਤਮਾ ਜੋ ਸਾਡੇ ਕਰਮਾਂ ਦਾ ਸਾਨੂੰ ਫਲ ਦਿੰਦਾ, ਫਿਰ ਉਹ ਸਾਡੇ 'ਤੇ ਕਿਰਪਾ ਕਰਦਾ। ਉਹ ਕਿਰਪਾ ਕਰਦੇ ਨੇ, ਆਪਣੇ ਅੰਦਰ ਹਉਮੈ ਮਾਰ ਲਈਏ, ਚਲੋ ਹੁਣ ਇਹਦੇ ਹਿਰਦੇ 'ਚ ਵਸ ਜੀ। ਅੱਗੇ ਕਹਿੰਦੇ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਸੇ ਜਨ ਸੱਚੇ, ਇੱਕ ਸ਼ਬਦ ਹੈ ਸੇ, ਇੱਕ ਸ਼ਬਦ ਹੈ ਸੋ, ਇੱਕ ਸ਼ਬਦ ਹੈ ਸੱਸੇ ਲਾਂ ਈੜੀ ਰਸਿਆਰੀ ਸੇ। ਸੱਸੇ ਲਾਂ ਸੇ ਇਹ ਵੀ ਬਹੁਵਚਨ, ਸੱਸੇ ਨੂੰ ਲਾਂ ਈੜੀ ਨੂੰ ਸਿਆਰੀ ਸੇ ਇਹ ਵੀ ਬਹੁਵਚਨ, ਸੱਸੇ ਨੂੰ ਹੋੜਾ ਸੋ ਇੱਕ ਵਚਨ। ਤਾਂ ਹੀ ਸੇ ਜਨ ਸੱਚੇ, ਜੇ ਹੁੰਦਾ ਸੋ, ਫਿਰ ਹੁੰਦਾ ਸੋ ਜਨ ਸੱਚਾ, ਫਿਰ ਕੀ ਹੁੰਦਾ ਸੋ ਜਨ ਸੱਚਾ। ਸੇ ਬਹੁਵਚਨ ਹੈ, ਇਸ ਲਈ ਅੱਗੇ ਆਇਆ ਸੱਚੇ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ। ਉਹ ਵਿਅਕਤੀ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਰਾਹੀਂ, ਗੁਰਮੰਤਰ ਰਾਹੀਂ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ, ਸੇ ਜਨ ਸੱਚੇ, ਉਹ ਵਿਅਕਤੀ ਰੱਬ ਰੂਪ ਹੋ ਜਾਂਦੇ ਹਨ, ਜਿਹਦੇ 'ਚ ਅਸੀਂ ਮਿਲ ਕੇ ਫਿਰ ਉਹਦੇ ਹੋ ਜਾਂਗੇ ਨਾ। ਦੁੱਧ ਦੇ ਵਿੱਚ ਜਦੋਂ ਅਸੀਂ ਪਾਣੀ ਪਾ ਦਿੰਦੇ, ਪਾਣੀ ਵੀ ਦੁੱਧ ਹੋ ਜਾਂਦਾ ਹੈ, ਉਹ ਪਾਣੀ ਵੀ ਦੁੱਧ ਹੋ ਜਾਂਦਾ। ਦੁੱਧ ਦੇ ਭਾਅ ਵਿਕਦੇ ਕਿਉਂਕਿ ਉਹਦੇ 'ਚ ਮਿਲ ਚੁੱਕਿਆ। ਜਦੋਂ ਅਸੀਂ ਪਰਮਾਤਮਾ ਸਾਨੂੰ ਆਪਣੇ ਵਿੱਚ ਮਿਲਾ ਲਏਗਾ, ਫਿਰ ਅਸੀਂ ਰੱਬ ਰੂਪ ਹੋ ਜਾਵਾਂਗੇ, ਫਿਰ ਅਸੀਂ ਵੀ ਸੱਚੇ। ਧਾਵਤ ਵਰਜੇ ਠਾਕ ਰਹੇ। ਧਾਵਤ ਨਾ ਭੱਜਦੇ ਹੋਏ ਮਨ ਨੂੰ, ਵਰਜਣਾ ਹੁੰਦਾ ਰੋਕਣਾ, ਠਾਕ ਮੈਨੇ ਵੀ ਰੋਕਣਾ ਹੁੰਦਾ। ਉਹ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਦਾ। ਕਿਉਂ? ਗੁਰੂ ਦੇ ਸ਼ਬਦ ਰਾਹੀਂ ਮੇਲ ਹੋ ਗਿਆ, ਹੁਣ ਮਨ ਦੌੜਨੋਂ ਹਟ ਗਿਆ ਹੈ। ਉਹ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਦਾ ਹੈ। ਜਦੋਂ ਮਨ ਨੂੰ ਰੋਕ ਕੇ ਰੱਖਦਾ, ਫਿਰ ਕਦੇ ਨਾਮ ਨਾਵਣੇ ਦੇ ਗੁਰ 'ਤੇ ਪਾਏ। ਉਹਨੂੰ ਗੁਰੂ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਅਤੇ ਨਾਮ ਦੇ ਵਿੱਚ 9 ਨਿਧੀਆਂ ਨੇ। ਸਾਰੇ ਖਜ਼ਾਨੇ ਪਰਮਾਤਮਾ ਦੇ ਨਾਮ ਵਿੱਚ ਨੇ। ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ 'ਚ ਸਭ ਕੁਛ ਹੈ।
ਰਿਧੀਆਂ ਸਿੱਧੀਆਂ ਸਭ ਨਾਮ ਵਿੱਚ ਹਨ। ਰਿਧੀਆਂ ਦਾ ਮਤਲਬ ਹੈ ਆਰਥਿਕ ਹਾਲਤ, ਧਨ ਦੌਲਤ। ਸਿੱਧੀਆਂ ਦਾ ਮਤਲਬ ਕਰਾਮਾਤੀ ਸ਼ਕਤੀਆਂ। ਜਿਵੇਂ ਗੁਰੂ ਨਾਨਕ ਦੇਵ ਕਹਿੰਦੇ, ਮਰਦਾਨਾ ਜੀ ਅੱਖਾਂ ਮੀਟੋ, ਭੈਣ ਯਾਦ ਕਰਦੀ ਤਲਵੰਡੀ ਚਲੀਏ। ਹੁਣ ਅੱਖਾਂ ਮੀਟੀਆਂ, ਕਹਿੰਦੇ ਮਰਦਾਨਾ ਜੀ ਖੋਲ੍ਹੋ, ਤੇ ਤਲਵੰਡੀ ਆ ਗਈ ਹੈ। ਇਹ ਸਿੱਧੀ ਹੈ। 18 ਸਿੱਧੀਆਂ ਦੇ ਵਿੱਚ ਇੱਕ ਇਹ ਸਿੱਧੀ ਹੈ ਕਿ ਹਵਾ ਰਾਹੀਂ ਦੂਜੇ ਥਾਂ 'ਤੇ ਪਹੁੰਚ ਜਾਣਾ, ਔਰ ਕੁਝ ਸੈਕਿੰਡ ਦੇ ਵਿੱਚ ਹੀ ਹਜ਼ਾਰਾਂ ਮੀਲਾਂ ਦਾ ਸਫ਼ਰ ਕਰ ਲੈਣਾ। ਇੱਕ ਮਹਾਂਪੁਰਖ ਮੈਂ ਜੀਵਨ ਪੜ੍ਹਿਆ ਸੀ, ਉਹਨਾਂ ਦੇ ਦੋਸਤ ਵੀ ਮਹਾਂਪੁਰਖ ਸਨ। ਉਹ 150 ਮੀਲ ਦੂਰ ਰਹਿੰਦੇ ਹਨ ਦੋਨੋਂ ਦੋਸਤ। ਇੱਕ ਮਹਾਂਪੁਰਖ ਸਰੀਰ ਤਿਆਗਣ ਲੱਗੇ। ਉਹ ਮਨ 'ਚ ਯਾਦ ਕਰਦੇ ਨੇ ਵੀ ਜੇ ਫਲਾਣਾ ਸੀ ਮੇਰਾ ਦੋਸਤ ਯਾਰ ਕੋਲ ਹੁੰਦਾ, ਇੰਨੇ ਹੀ ਕਿਹਾ। ਉਹ ਆਪਣੇ ਚੇਲੇ ਨੂੰ ਕਹਿੰਦੇ ਬਈ ਨਾ ਖੜਾ ਹੋ, ਖੜਾ ਹੋ। ਕਹਿੰਦੇ ਮੇਰਾ ਹੱਥ ਫੜ ਲੈ। ਹੁਣ ਚੇਲੇ ਮਹਾਂਪੁਰਖ ਦਾ ਹੱਥ ਫੜ ਲਿਆ। ਕਹਿੰਦੇ ਅੱਖਾਂ ਬੰਦ ਕਰ। ਕਹਿੰਦੇ ਛਾਲ ਮਾਰ। ਆਪਾਂ ਤਾਂ ਉਹਨੂੰ ਛਾਲ ਮਾਰਾਂਗੇ, ਜਿਵੇਂ ਅੱਗੇ ਕੁਟਵਾਇਆ ਹੋਵੇ ਟੱਪਣ। ਛਾਲ ਮਾਰ, ਮਾਰ ਛਾਲ। ਛਾਲ ਮਾਰੀ, ਕਹਿੰਦੇ ਅੱਖਾਂ ਖੋਲ। 150 ਮੀਲ ਆ ਗਏ। ਉਹਦੇ ਬੂਹੇ ਅੱਗੇ ਆ ਗਏ, ਆਵਾਜ਼ ਮਾਰੀ, ਫਲਾਣਾ ਸਿਆ ਆ ਜਾਓ ਜੀ, ਆ ਜਾਓ। ਕਹਿੰਦੇ ਮੈਂ ਤੁਹਾਨੂੰ ਹੀ ਯਾਦ ਕਰ ਰਿਹਾ ਸੀ। ਕਹਿੰਦਾ ਮੈਂ ਹੁਣੇ ਤੁਹਾਨੂੰ ਯਾਦ ਕਰਕੇ ਹਟਿਆ ਸੀ। ਕਹਿੰਦਾ ਦੇਖ ਲਓ, ਪਰ ਅਸੀਂ ਹੁਣੇ ਆ ਗਏ, ਹੁਣੇ ਆ ਗਏ। ਇਹਨੂੰ ਕਹਿੰਦੇ ਸਿੱਧੀ। ਰਿਧੀ ਦਾ ਸੰਬੰਧ ਧਨ ਦੌਲਤ ਨਾਲ ਹੈ, ਸਿੱਧੀ ਦਾ ਸੰਬੰਧ ਆਤਮਿਕ ਸ਼ਕਤੀਆਂ ਨਾਲ, ਜਿਹਨੂੰ ਕਰਾਮਾਤਾਂ ਕਹਿੰਦੇ। ਕਰਾਮਾਤ ਵਿਖਾਓ। ਜੇ ਪਹਾੜ ਰੁੜਿਆ ਰਿਹਾ ਅਤੇ ਗੁਰੂ ਮਹਾਰਾਜ ਉਹਦੇ ਵੇਖਿਆ, ਕਹਿੰਦਾ ਧੰਨ ਕਰਤਾਰ। ਜੇ ਧੰਨ ਕਰਤਾਰ ਕਿਹਾ, ਉੱਥੇ ਰੁਕ ਗਿਆ। ਉਹ 500 ਸਾਲ ਤੋਂ ਉੱਪਰ ਟਾਈਮ ਅਜੇ ਵੀ ਰੁਕਿਆ ਹੋਇਆ ਉੱਥੇ ਰੁਕ ਗਿਆ। ਨਾਨਕ ਝੀਰੇ ਜਾਓ, ਪਾਣੀ ਜਿਹੜੀ ਪਹਾੜੀ ਹੈ ਮਧਰੇ ਜਿਹੀ ਕਰਦੀ। ਪਰ ਮੈਂ ਤਾਂ ਸੋਚਿਆ, ਜਦੋਂ ਮੈਂ ਨਹੀਂ ਸੀ ਵੇਖਿਆ, ਮੈਂ ਸੋਚਿਆ ਵੀ ਪਹਾੜੀ ਕਾਫੀ ਉੱਚੀ ਹੋਣੀ ਹੈ, ਅਤੇ ਉਹ ਝਰਨਾ ਉੱਥੇ ਪੁੱਟ ਗਿਆ। ਮੀਂਹ ਦਾ ਪਾਣੀ ਹੁੰਦਾ ਹੋਣਾ। ਉਹ ਜੇ ਮੈਂ ਗਿਆ ਉੱਤੇ ਫਿਰ ਫੁਰ ਰਹਿੰਦੇ ਹੈ। ਮੈਂ ਇੱਥੇ ਪਾਣੀ ਵਾਲੇ ਨਾਂ ਨਿਸ਼ਾਨ ਵੀ ਕੋਈ ਨਹੀਂ। ਅਗਲਿਆਂ ਨੇ ਕੀ ਕੀਤਾ, ਉਂਗਲ ਦੇ ਪੈਰ ਦੇ ਅੰਗੂਠੇ ਨਾਲ ਇੱਕ ਰੋੜਾ ਹਟਾਇਆ ਅਤੇ ਹੇਠੋਂ ਝਰਨਾ ਫੁੱਟ ਪਿਆ ਪਾਣੀ ਦਾ, ਕਿ ਉੱਥੇ ਪਾਣੀ ਖਾਰਾ ਸੀ ਉਸ ਇਲਾਕੇ ਦਾ। ਲੋਕਾਂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਾਣੀ ਖਾਰਾ ਅਤੇ ਪਾਣੀ ਸਾਨੂੰ ਚਾਹੀਦਾ। ਹੁਣ ਝਰਨਾ ਅੱਜ ਤੱਕ ਚੱਲ ਰਿਹਾ, ਔਰ ਸਾਇੰਸਦਾਨਾਂ ਨੂੰ ਸਮਝ ਨਹੀਂ ਆ ਰਹੀ ਪਾਣੀ ਆਉਂਦਾ ਕਿੱਥੋਂ ਹੁੰਦਾ। ਜਿਵੇਂ ਜਵਾਲਾ ਜੀ ਹੈ, ਜ਼ੋਰ ਲਾ ਲਿਆ ਸਾਇੰਸਦਾਨਾਂ ਨੇ ਵੀ ਅੱਗ ਦੀ ਲਾਟ ਨਿਕਲਦੀ। ਉਹਨਾਂ ਸੋਚਿਆ ਵੀ ਹੇਠਾਂ ਪੈਟਰੋਲ ਹੈ ਕਿਤੇ, ਵੀ ਹੇਠਾਂ ਪੈਟਰੋਲੀਅਮ ਹੋਣਾ, ਕਿ ਪੈਟਰੋਲੀਅਮ ਉਂਝ ਤਾਂ ਸਮੁੰਦਰ 'ਚ ਨਿਕਲਦਾ, ਪਰ ਧਰਤੀ 'ਚ ਵੀ ਨਿਕਲਦਾ। ਸਾਇੰਸਦਾਨ ਸੋਚੇ ਤੇ ਪੈਟਰੋਲੀਅਮ ਹੋਣਾ। ਜੇ ਕਿਤੇ ਜਿਹੜਾ ਹੈ ਮੋਰੀ ਹੋ ਗਈ ਹੈ ਅਤੇ ਉਹਨੂੰ ਅੱਗ ਲੱਗ ਗਈ ਹੈ, ਡਰਿੱਲਾਂ ਲਿਆ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਆਲੇ ਦੁਆਲੇ ਖੋਦਣ ਲੱਗ ਗਏ, ਕੁਛ ਵੀ ਨਹੀਂ ਲੱਭਿਆ, ਕੁਛ ਨਹੀਂ ਵੀ ਲੱਭਿਆ, ਬਸ ਚੱਲ ਰਿਹਾ। ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ, ਉਹਨੂੰ ਕਰਾਮਾਤ ਕਹਿ ਲਓ, ਰਿਧੀਆਂ ਸਿੱਧੀਆਂ ਕਹਿ ਲਓ। ਕਿਸੇ ਨੇ ਕਿਸੇ ਸਮੇਂ ਹੋ ਸਕਦਾ ਕਿਸੇ ਨੇ ਮੰਗ ਕੀਤੀ ਹੋਵੇ, ਉਹਨੇ ਕਹਿ ਲਓ ਫਿਰ ਅੱਗ ਪ੍ਰਗਟ ਕਰ ਦੇਣਾ, ਸਦੇ ਰੂਪ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਜਿਹੜਾ ਆਪਣੇ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਦਾ ਨਾ, ਨਾਮ ਨਾਵਣ ਦੇ ਗੁਰ ਤੇ ਪਾਏ, ਉਹਨੂੰ ਗੁਰੂ ਰਾਹੀਂ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਸੰਸਾਰ ਦਾ ਸਾਰਾ ਧਨ ਦੌਲਤ ਉਸ ਨੂੰ ਪ੍ਰਾਪਤ ਹੋ ਜਾਂਦਾ। ਸਾਡੇ ਤਾਂ ਨਾਮ ਜਪ ਨਹੀਂ ਹੁੰਦਾ। ਨਾਮ ਜਪਣ ਵਾਲਾ ਗਰੀਬ ਰਹਿ ਹੀ ਨਹੀਂ ਸਕਦਾ। ਅਤੇ ਕਿਸੇ ਗਰੀਬ ਨੂੰ ਕੋਈ ਤੂੰ ਨਾਮ ਜਪ ਲੈ ਕੇ ਉਹ ਧੱਕੇ ਤੋੜੇ 'ਚ ਖਾਈ ਜਾਂਦਾ, ਉਹਨੂੰ ਗੱਲ 'ਤੇ ਵਿਸ਼ਵਾਸ ਨਹੀਂ ਆਉਂਦਾ ਵੀ ਵੈਰੂ ਕਰਨਾ ਕੋਈ ਪੈਸੇ ਉੱਤੋਂ ਡਿੱਗਣਗੇ। ਅੱਗੋਂ ਇਸ ਤਰ੍ਹਾਂ ਪ੍ਰਸ਼ਨ ਕਰਦੇ ਨੇ, ਕਰਨਾ ਕੁਛ ਨਹੀਂ ਹੈ, ਕਰਨਾ ਕੁਛ ਨਹੀਂ। ਜੇ 5-7 ਮਿੰਟ ਕੀਤਾ ਅਤੇ ਹਾਂ ਪਤਾ ਨਹੀਂ ਹੁਣ ਨੋਟ ਡਿੱਗੂਗਾ, ਉਹ ਤਾਂ ਜਵਾਕਾਂ ਵਾਲੀ ਗੱਲ ਹੈ ਵੀ ਬੀਜ ਬੀਜੇ ਅਤੇ ਘੰਟੇ ਬਾਅਦ ਫੁੱਲਣ ਲੱਗੇ, ਪਰ ਬੂਟਾ ਬਣ ਗਿਆ। ਵੀ ਪਰ ਮਾਨਸੋ ਉਹਨੂੰ ਟਾਈਮ ਲੱਗੂਗਾ ਉਗਦਿਆਂ ਨੂੰ। ਸਾਡਾ ਵੀ ਹਾਲ ਆ ਜਵਾਕਾਂ ਵਾਲਾ। ਅਸੀਂ ਕਾਹਲੇ ਪੈ ਜਾਂਦੇ ਵੀ ਹਾਂ ਅੱਜ ਨਾਮ ਜਪਿਆ, ਬਸ ਸ਼ਾਮ ਨੂੰ ਸਾਨੂੰ ਮਿਲ ਜਾਣੇ ਚਾਹੀਦੇ। ਸਮਾਂ ਲੱਗਦਾ ਹਰ ਇੱਕ ਚੀਜ਼ ਨੂੰ, ਲੱਗੇ ਰਹਿਣੇ। ਜਾਂ ਫਿਰ
ਬਾਣੀ 'ਤੇ ਵਿਸ਼ਵਾਸ ਨਾ ਹੋਵੇ ਤਾਂ ਉਹ ਸਿੱਖ ਹੀ ਕਾਹਦਾ, ਜਿਹਨੂੰ ਗੁਰੂ ਦੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਹੈ। ਮੰਨ ਲਓ ਮੈਨੂੰ ਬਾਣੀ 'ਤੇ ਵਿਸ਼ਵਾਸ ਹੀ ਨਹੀਂ, ਮੈਂ ਕਾਹਦਾ ਸਿੱਖ ਹਾਂ ਬਈ? ਫਿਰ ਐ ਬੁਰਾਈ ਨਾਮ ਹੀ ਅੰਮ੍ਰਿਤਧਾਰੀ ਹਾਂ ਜੇ ਵਿਸ਼ਵਾਸ ਹੀ ਨਹੀਂ। ਗੁਰੂ ਦੀ ਗੱਲ 'ਤੇ 100% ਵਿਸ਼ਵਾਸ ਹੋਣਾ ਚਾਹੀਦਾ, ਮਨ 'ਚ ਕਦੇ ਨਹੀਂ ਡਾਊਟ ਆਉਣਾ ਚਾਹੀਦਾ। ਐਂ ਕਹਿਣੇ ਵੀ ਇਹ ਗੱਲ ਮੇਰੀ ਸਮਝ ਤੋਂ ਉੱਪਰ ਹੈ। ਬਾਣੀ ਦੀਆਂ ਬਹੁਤ ਗੱਲਾਂ ਜੀ ਸਾਡੀ ਸਮਝ ਤੋਂ ਉੱਪਰ ਨੇ, ਅਰਥ ਤੇ ਆਉਂਦੇ ਨੇ, ਉਹ ਸਮਝ ਨਹੀਂ ਆਉਂਦੀ। ਅਰਥ ਤਾਂ ਮੈਂ 5 ਖੰਡਾਂ ਦੇ ਕਰ ਦਿੰਦਾ, ਪਰ ਨਹੀਂ, ਜਦੋਂ ਕਦੇ ਉਹ ਅਵਸਥਾ ਆਵੇਗੀ ਮੈਂ ਆਤਮਿਕ ਤੌਰ 'ਤੇ ਉਹਨਾਂ 5 ਖੰਡਾਂ 'ਚ ਲੰਘਾਂਗਾ, ਫਿਰ ਅਸਲ ਜਾ ਕੇ ਉਹਦੀ ਸਮਝ ਆਵੇਗੀ, ਫਿਰ ਆਵੇਗੀ ਸਮਝ। ਇਸ ਲਈ ਬਾਣੀ ਦੀਆਂ ਬਹੁਤ ਗੱਲਾਂ ਨੇ, ਭਾਵੇਂ ਅਰਥ ਆਉਂਦੇ ਹੋਣ ਪਰ ਉਹ ਸਮਝ ਨਹੀਂ ਕਈ ਵਾਰੀ ਹੁੰਦੇ। ਇਹ ਨਹੀਂ ਸਮਝਣਾ ਕਿ ਪਤਾ ਨਹੀਂ ਐਵੇਂ ਲਿਖਿਆ ਹੋਇਆ ਹੈ ਨਾ। ਜਿਹੜਾ ਬੰਦੇ ਆਪਣੇ ਦੇਖੋ ਇਸ ਵੇਲੇ ਸਾਡਾ ਗੁਰੂ ਬਾਣੀ ਹੈ, ਅਤੇ ਜੇ ਸਾਨੂੰ ਬਾਣੀ 'ਤੇ ਹੀ ਡਾਊਟ ਹੋ ਗਿਆ, ਸ਼ੰਕਾ ਹੋ ਗਿਆ ਵੀ ਆਹ ਨਹੀਂ, ਐ ਨਹੀਂ ਹੋ ਸਕਦਾ, ਫਿਰ ਨਹੀਂ ਗੱਲ ਸਾਡੀ ਬਣਨੀ। ਫਿਰ ਅਸੀਂ ਬਣੀ ਬਣਾਈ ਖੇਡ ਨੂੰ ਐਵੇਂ ਵਿਗਾੜ ਲਾਂਗੇ। ਗੁਰੂ ਦੀ ਗੱਲ 'ਤੇ ਕਦੇ ਵੀ ਸ਼ੰਕਾ ਨਹੀਂ ਕਰਨਾ ਹੈਗਾ। ਇਹ ਕਹਿਣਾ ਹਾਂ ਮੇਰੀ ਮੱਤ ਥੋੜ੍ਹੀ ਹੈ ਅਤੇ ਗੁਰੂ ਦੀ ਮੱਤ ਉੱਚੀ ਹੋਣ ਕਰਕੇ ਸਮਝ ਨਹੀਂ ਆ ਰਹੀ। ਜਿਵੇਂ 5ਵੀਂ ਦਾ ਜਵਾਕ ਹੈ ਅਤੇ ਉਹਨੂੰ BA ਦਾ ਤੁਸੀਂ ਸਵਾਲ ਸਮਝਾਉਣਾ ਸ਼ੁਰੂ ਕਰੋ, ਜਿੰਨਾ ਮਰਜ਼ੀ ਜ਼ੋਰ ਲਾਓ ਨਹੀਂ ਸਮਝਾਏਗਾ ਉਸਨੂੰ, ਕਿ ਉਹਦਾ ਲੈਵਲ ਹੀ ਨਹੀਂ। ਮੈਂ ਉਹਦਾ ਲੈਵਲ ਹੀ 5ਵੀਂ ਵਾਲਾ, ਉਹਨੂੰ BA ਵਾਲੀ ਗੱਲ ਕਿਵੇਂ ਸਮਝ ਆ ਸਕਦੀ ਹੈ? ਇਸ ਲਈ ਬਾਣੀ 'ਚ MA ਵਾਲੀਆਂ PhD ਵਾਲੀ ਗੱਲਾਂ ਵੀ ਨੇ, ਅਤੇ ਸਾਡਾ ਜੇ ਲੈਵਲ ਨੀਵਾਂ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ। ਇਹ ਨਹੀਂ ਸਮਝ ਲੈਣਾ ਕਿ ਗਲਤ ਨੇ, ਹੈ ਨਹੀਂ ਸਮਝਣਾ। ਸੋ ਕਹਿਣਾ ਇਹ ਮੇਰੀ ਸੋਚ ਤੋਂ ਅਜੇ ਉੱਪਰ ਹਨ। ਇਹ ਸੱਚੇ ਪਾਤਸ਼ਾਹ ਮੇਰੀ ਆਤਮਿਕ ਅਵਸਥਾ ਉੱਚੀ ਕਰ, ਤਾਂ ਜੋ ਮੈਨੂੰ ਤੇਰੀ ਗੱਲ ਦਾ ਅਸਲੀ ਭੇਤ ਪਤਾ ਲੱਗ ਸਕੇ। ਸੋ ਤਾਂ ਕਹਿ ਗੁਰੂ ਮਹਾਰਾਜ ਨਾਮ ਜਪੀ ਜਾਓ। ਬਾਣੀ ਥਾਂ ਥਾਂ 'ਤੇ ਕਹਿੰਦੀ ਤੁਸੀਂ ਨਾਮ ਜਪੋ, ਤੁਹਾਡੇ ਕਾਰਜ ਰਾਸ ਹੋਣਗੇ। ਤੁਸੀਂ ਨਾਮ ਜਪੋ, ਤੁਸੀਂ ਅਮੀਰ ਹੋ ਜਾਓਗੇ। ਤੁਸੀਂ ਨਾਮ ਜਪੋ, ਤੁਸੀਂ ਸੁਖੀ ਹੋ ਜਾਓਗੇ। ਤੁਸੀਂ ਨਾਮ ਜਪੋ, ਤੁਹਾਡੀ ਇੱਛਾ ਪੂਰੀ ਹੋਵੇਗੀ। ਦੇਖੋ ਪੜ੍ਹ ਕੇ ਦੇਖੋ, ਸੁਖਮਨੀ ਸਾਹਿਬ ਦੀ 2 ਅਸ਼ਟਪਦੀ ਪੜ੍ਹ ਕੇ ਦੇਖੋ ਕਿ ਸਿਮਰਨ ਕਰਨਾ ਕੀ ਕੁਛ ਮਿਲਦਾ ਹੈ। ਫਿਰ ਤੇਰਾ ਪਤਾ ਲੱਗ ਵੀ ਹੈ ਇੰਨਾ ਕੁਛ ਮਿਲਦਾ ਹੈ। ਜੇ ਉਹਨੂੰ ਪੜ੍ਹੋਗੇ ਧਿਆਨ ਨਾਲ ਇੱਕ ਇੱਕ ਲਾਈਨ ਕਿ ਜੇ ਤੁਸੀਂ ਪ੍ਰਭ ਕੇ ਸਿਮਰਨ, ਫਿਰ ਦੇਖੋ ਕੀ ਕੁਛ ਮਿਲਦਾ। ਪਰਮਾਤਮਾ ਸਿਮਰਨ ਕਰਨ ਆਵਾਗਮਨ ਦਾ ਚੱਕਰ ਹੀ ਖਤਮ ਹੋ ਜਾਂਦਾ। ਪਰਮਾਤਮਾ ਸਿਮਰਨ ਦੁਬਾਰਾ ਜਨਮ ਹੀ ਨਹੀਂ ਲੈਣਾ ਪੈਂਦਾ। ਪਰਮਾਤਮਾ ਸਿਮਰਨ ਕਰ ਸੱਚਖੰਡ 'ਚ ਬੰਦਾ ਚਲਾ ਜਾਂਦਾ ਹੈ। ਪਰਮਾਤਮਾ ਦਾ ਸਿਮਰਨ ਰਿੱਧੀਆਂ ਸਿੱਧੀਆਂ ਸਭ ਕੁਛ ਪ੍ਰਾਪਤ ਹੁੰਦਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਸਾਰਾ ਕੁਛ ਹੈ। ਅਦੋ ਲੈਣਾ ਜੀ, ਰਿੱਧੀਆਂ ਮਿਲ ਗਈਆਂ, ਮਾਇਆ ਮਿਲ ਗਈ, ਸਿੱਧੀਆਂ ਮਿਲੀ, ਕਰਾਮਾਤੀ ਸ਼ਕਤੀਆਂ ਮਿਲ ਗਈਆਂ, ਅਤੇ ਤਤ ਗਿਆਨ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ। ਬਸ ਹੋਰ ਬਾਕੀ ਕੀ ਚਾਹੀਦਾ? ਬਾਕੀ ਕੀ ਚਾਹੀਦਾ? ਸਿਮਰਨ ਕਰਿਆ ਕਰੋ ਵੱਧ ਤੋਂ ਵੱਧ, ਜਿੰਨਾ ਵੀ ਟਾਈਮ ਮਿਲੇ। ਰੋਜ਼ ਰੋਜ਼ ਇਸ ਲਈ ਕਹਿਣਾ ਪੈਂਦਾ ਹੈ ਕਿ ਕਲਯੁੱਗ ਹੈ, ਕਲਯੁੱਗ ਦਾ ਪਹਿਰਾ ਹੈ। ਇਹ 'ਚ ਕੋਈ ਸ਼ੱਕ ਨਹੀਂ, ਚਾਹੇ ਤੁਸੀਂ ਉਹਦੇ ਚਾਹੇ ਮੈਂ ਹਾਂ। ਅਜੇ ਸਾਡਾ ਲੈਵਲ 'ਤੇ ਨਹੀਂ ਮੈਂ ਨਾ, ਠੀਕ ਹੈ। ਅਰਥ ਮੈਨੂੰ ਆ ਗਏ ਨੇ, ਉਹ ਗੱਲ ਹੋਰ ਹੈ। ਕਿਸੇ ਚੀਜ਼ ਦੇ ਅਰਥ ਆ ਜਾਣਾ ਹੋਰ ਗੱਲ ਹੁੰਦੀ ਹੈ, ਉਹਦੇ ਅਨੁਸਾਰ ਪ੍ਰੈਕਟੀਕਲ ਲਾਈਫ ਹੋਣਾ ਇਹ ਹੋਰ ਗੱਲ ਹੁੰਦੀ। ਅਜੇ ਤਾਂ ਆਪਾਂ ਸਾਰੇ ਯਤਨਸ਼ੀਲ ਹਾਂ। ਗੁਰੂ ਦੀ ਗੱਲ 'ਤੇ ਵਿਸ਼ਵਾਸ ਰੱਖ ਕੇ ਅਸੀਂ ਯਤਨ ਕਰਦੇ ਰਹਿਣਾ, ਜਿਵੇਂ ਸਿਮਰਨ ਕਰਦੇ ਰਹਿਣਾ। ਜਿਵੇਂ ਜਵਾਕਾਂ ਨੂੰ ਮੈਂ ਕਹਿੰਦਾ ਜਿਹੜਾ ਪਾਠ ਕਰਦਾ ਫੇਲ ਹੀ ਨਹੀਂ ਹੁੰਦਾ। ਪਾਠ ਕਰਨ ਨਾਲ ਕਦੇ ਫੇਲ ਹੋਇਆ? ਮੇਰੇ ਕੋਲ ਮਾਮਾ ਆ ਜਾਂਦੀਆਂ, ਸਾਡਾ ਜਵਾਕ ਜੀ ਕਮਜ਼ੋਰ ਹੈ ਪੜ੍ਹਾਈ ਜੀ, ਅਸੀਂ ਉਹਨੂੰ ਪਾਠ ਦੇ ਦਿੰਦੇ ਹਾਂ। ਹਾਲਾਂਕਿ ਬੱਚਾ ਆਪ ਨਹੀਂ ਕਰ ਰਿਹਾ, ਉਹਦੀ ਮਾਂ ਕਰ ਰਹੀ ਹੈ, ਸਿਰਫ ਬੱਚੇ ਨੂੰ ਪਾਣੀ ਪਿਲਾ ਰਹੀ ਹੈ। ਹਾਂ ਜੀ ਪਹਿਲਾਂ ਨਾਲ ਫਰਕ ਪੈ ਗਿਆ, ਹੋਰ ਕਰੋ। ਪਾਠ ਤੁਸੀਂ ਕੀਤਾ, ਧਿਆਨ ਦੇਣਾ ਆਪਣੇ ਬੱਚੇ ਲਈ। ਹੁਸ਼ਿਆਰ ਬੱਚਾ ਹੋ ਗਿਆ। ਜੇ ਕਿਤੇ ਬੱਚਾ ਆਪ ਹੀ ਕਰ ਲੇ, ਫਿਰ ਪਾਠ ਕਰਨ ਵਾਲਾ ਬੱਚਾ ਫੇਲ ਨਹੀਂ ਹੋਇਆ ਕਦਾ, ਸਗੋਂ ਨੰਬਰ ਵਧੀਆ ਆਉਂਦੇ ਨੇ, ਹੁਣ ਤਾਂ ਉਮਰ ਵੱਡੀ ਹੋ ਗਈ, ਨਾ ਸਿਮਰਨ ਕਰ ਨਹੀਂ ਹੁੰਦਾ। ਕਈ ਵਾਰ ਐਸੀ ਕਿਰਪਾ ਸੀ ਮੇਰੇ 'ਤੇ, 11ਵੀਂ ਦਾ ਇਮਤਿਹਾਨ ਦੇਣਾ,
ਰਾਤੀ ਸੁਪਨੇ 'ਚ ਮੈਨੂੰ ਸਾਰਾ ਪੇਪਰ ਦਿਸ ਗਿਆ। 2 ਵਜੇ ਸਨ ਉਦੋਂ। ਮੈਂ ਉੱਠਿਆ, ਮੂੰਹ ਹੱਥ ਧੋਤਾ, ਚਾਹ ਬਣਾ ਕੇ ਮੈਂ ਪੀਤੀ। ਜਿਹੜੇ ਮੈਨੂੰ 11 ਪ੍ਰਸ਼ਨ ਦਿਸੇ, ਜਦੋਂ ਜਾਗਣ ਤੱਕ ਮੈਨੂੰ 7 ਯਾਦ ਰਹਿ ਗਏ। ਮੈਂ 7 ਤੇ ਨਿਸ਼ਾਨੀ ਲਾ ਕੇ ਨਾ ਨਿਸ਼ਾਨੀ ਪਹਿਲਾਂ ਵਾਲੇ, ਫਿਰ ਚਾਹ ਪੀ ਕੇ ਲੱਗ ਗਿਆ ਯਾਦ ਕਰਨ। ਉਹ ਜਿਹੜੇ 7 ਯਾਦ ਗਏ ਉਹ ਪਹਿਲੇ ਸਫ਼ੇ 'ਤੇ 7 ਸਨ, 4 ਪ੍ਰਸ਼ਨ ਪਿਛਲੇ ਸਫ਼ੇ 'ਤੇ ਸਨ। ਅਤੇ ਉੱਥੇ ਲਿਖਿਆ ਅਟੈਂਪਟ ਐਨੀ 5, ਵੀ 11 'ਚ ਕੋਈ 5 ਕਰੋ। ਮੌਜਾ ਹੋ ਕੇ 7 ਆਉਂਦੇ ਸਨ। ਪਹਿਲੇ ਹੀ ਪੇਪਰ ਦਿਸ ਗਿਆ ਮੈਨੂੰ। ਕਈ ਵਾਰੀ ਪਹਿਲੇ ਹੀ ਪੇਪਰ ਦਿਸ ਜਾਂਦਾ ਸੀ। 10ਵੀਂ ਦਾ ਹਿੰਦੀ ਦਾ ਇਮਤਿਹਾਨ ਮੈਨੂੰ ਪਹਿਲੇ ਹੀ ਪੇਪਰ ਦਿਸ ਗਿਆ। ਨੰਬਰਾਂ ਦਾ ਮੈਨੂੰ ਪਹਿਲਾਂ ਦਿਸ ਗਿਆ ਵੀ ਤੇਰੇ 152 ਨੰਬਰ ਨੇ ਹਿੰਦੀ 'ਚ 10ਵੀਂ 'ਚ। 8ਵੀਂ ਦਾ ਮੈਂ ਅੰਗਰੇਜ਼ੀ ਪੜ੍ਹਦਾ, ਮੈਨੂੰ ਪਹਿਲੇ ਹੀ ਪੇਪਰ ਦਿਸਣ ਲੱਗ ਜਾਂਦਾ ਸੀ ਵੀ ਆਹ ਸਵੇਰੇ ਆ ਰਿਹਾ। ਮੈਂ ਘੰਟਾ ਪਹਿਲਾਂ ਸਕੂਲ ਚਲੇ ਜਾਣਾ, ਬੱਚੇ ਨੂੰ ਇਕੱਠੇ ਕਰਨਾ। ਉਹਨਾਂ ਨੂੰ ਨਹੀਂ ਪਤਾ ਵੀ ਇਹਨੂੰ ਸੁਪਨਾ ਕਿ ਮੈਂ ਕਿਹਾ ਪੇਪਰ ਆਊਟ ਹੋ ਗਿਆ, ਵੀ ਲੀਕ ਹੋ ਗਿਆ, ਆਓ ਤੁਹਾਨੂੰ ਕਰਾਵਾਂ। ਚਲ ਜਾ ਕੇ ਜਦ ਪੇਪਰ 'ਚ ਬੈਠ, ਸਰ ਜੀ ਉਹ ਜੋ ਤੁਸੀਂ ਕਰਾਇਆ ਸੀ ਉਹੀ ਆਇਆ। ਇਸ ਤਰ੍ਹਾਂ ਸੀ। ਹੁਣ ਭਾਵੇਂ ਉਹ ਨਹੀਂ ਹਾਲ ਰਿਹਾ, ਤਾਂ ਮੈਂ ਕਹਿੰਦਾ ਸਾਰੇ ਸਿਮਰਨ ਦੀਆਂ ਬਰਕਤਾਂ ਨੇ। ਤੁਹਾਨੂੰ ਇੰਟਿਊਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਆਹ ਹੋਣ ਵਾਲਾ ਹੈ, ਆਹ ਹੋ ਸਕਦਾ ਹੈ। ਤੁਸੀਂ ਉਸ ਤੋਂ ਸਾਵਧਾਨ ਹੋ ਜਾਂਦੇ ਪਹਿਲੇ ਹੀ। ਸਿਮਰਨ ਤੁਹਾਨੂੰ ਸਾਵਧਾਨ ਕਰਦਾ ਕਿ ਤੁਹਾਡੇ ਇਸ ਤਰ੍ਹਾਂ ਹੋਣ ਵਾਲਾ ਹੈ, ਬਚ ਕੇ ਰਹਿਣਾ ਹੈ। ਇਹਨੂੰ ਕਹਿੰਦੇ ਇੰਟਿਊਸ਼ਨ ਇੰਗਲਿਸ਼ ਦੇ ਵਿੱਚ। ਇਸ ਲਈ ਸਿਮਰਨ ਇਹਦੇ ਦਾ ਲਾਭ ਹੀ ਲਾਭ ਹੈ। ਇਹ ਕੋਈ ਅੰਗਰੇਜ਼ੀ ਦਵਾਈ ਥੋੜ੍ਹਾ ਹੀ ਵੀ ਸਾਈਡ ਇਫੈਕਟ ਇਸ ਦਾ। ਅੰਗਰੇਜ਼ੀ ਦਵਾਈ ਦਾ ਤਾਂ ਇਹ ਹੁੰਦਾ ਇੱਕ ਬਿਮਾਰੀ ਹਟਾਓ ਦੂਜੀ ਕੋਈ ਲਾ ਦਿਓ। ਇਹਦਾ ਤਾਂ ਲਾਭ ਹੀ ਲਾਭ ਹੈ। ਔਰ ਫਿਰ ਜਦ ਬਾਣੀ ਇਹ ਕਹਿੰਦੀ ਹੈ ਕਿ ਜੇ ਤੁਸੀਂ ਇੱਕ ਵਾਰ ਵੀ ਵਾਹਿਗੁਰੂ ਕਿਹਾ ਪਰਮਾਤਮਾ ਨੂੰ, ਉਹਦਾ ਵੀ ਤੁਹਾਨੂੰ ਫਲ ਦੇਣਾ। ਇੱਕ ਤਿਲ ਨਹੀਂ ਭੰਨੇ ਘਾਲੇ। ਜਿੰਨੀ ਵੀ ਤੁਸੀਂ ਮਿਹਨਤ ਕੀਤੀ ਉਹ 'ਚ ਇੱਕ ਤਿਲ ਮਾਤਰ ਵੀ ਪਰਮਾਤਮਾ ਨੇ ਵਿਅਰਥ ਨਹੀਂ ਜਾਣ ਦੇਣਾ। ਇੱਕ ਵਾਰੀ ਵਾਹਿਗੁਰੂ ਕਹਿੰਦਾ ਤਾਂ ਉਹਦਾ ਵੀ ਫਲ ਮਿਲਦਾ। ਪਰ ਕਬੀਰ ਸਾਹਿਬ ਨੂੰ ਇਸ ਗੱਲ ਦਾ ਗਿਆਨ ਸੀ। ਉਹਨਾਂ ਨੇ ਲਿਖਿਆ ਬਾਣੀ, ਸੁਪਨੇ ਹੂੰ ਕਬੀਰ ਸੁਪਨੇ ਹੂੰ ਬਰੜਾਏ ਕੇ ਮੁਖ ਤੇ ਨਿਕਸੇ ਰਾਮ ਤਾਕੇ ਪਾਕੀ ਪਾਹਨੀ ਮੇਰੇ ਤਨ ਕੋ ਚਾਮ। ਜਿਹੜਾ ਕਹਿੰਦਾ ਸੁਪਨੇ ਬਰੜਾ ਕੇ, ਕਈ ਵਾਰੀ ਆਪਾਂ ਡਰ ਜਾਂਦੇ ਨਾ, ਮੂੰਹ 'ਚ ਰਾਮ ਨਿਕਲ ਗਿਆ। ਸੁਪਨੇ 'ਚ ਬਰੜਾ ਕੇ ਵੀ ਜੇ ਕਿਸੇ ਮੂੰਹ 'ਚ ਰਾਮ ਨਿਕਲ ਜਾਏ ਨਾ, ਕਬੀਰ ਸਾਹਿਬ ਕਹਿੰਦੇ ਆਪਣੇ ਸਰੀਰ ਦਾ ਚੰਮ ਲਾ ਕੇ ਉਹਦੇ ਪੈਰ ਦੀ ਜੁੱਤੀ ਬਣਨ ਨੂੰ ਤਿਆਰ ਹਾਂ। ਇੰਨੀ ਮਹਾਨਤਾ ਦਿੱਤੀ ਉਹਨਾਂ ਨੇ। ਜਿਨ੍ਹਾਂ ਨੂੰ ਪਤਾ ਹੈ ਸਿਮਰ ਦੀ ਮਹਿਮਾ ਦਾ, ਇੰਨੀ ਨਾਮ ਤੁਸੀਂ ਜਪਨੇ, ਰਾਮ ਤੁਸੀਂ ਕਹਿਣੇ, ਅਤੇ ਕਬੀਰ ਸਾਹਿਬ ਆਪਣਾ ਚੰਮ ਸਰੀਰ ਦਾ ਚੰਮ ਲਾ ਕੇ ਤੁਹਾਡੀ ਜੁੱਤੀ ਬਣਨ ਨੂੰ ਤਿਆਰ ਨੇ। ਕਿੰਨੀ ਇਹਦਾ ਮਤਲਬ ਨਾਮ ਦੀ ਕਿਤਨੀ ਮਹਾਨਤਾ ਹੈ। ਨਾਮ ਕਰਕੇ ਤੇ ਉਹ 600 ਸਾਲ ਤੋਂ ਉੱਪਰ ਸਮਾਂ ਕਬੀਰ ਸਾਹਿਬ ਨੂੰ ਦੁਨੀਆ ਜਾਣਦੀ, ਮੱਥੇ ਟੇਕਦੇ ਇਹਨਾਂ ਦੀ ਬਾਣੀ ਨੂੰ। ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ। ਕੱਲ੍ਹ ਮੈਂ ਪੜ੍ਹਾ ਰਿਹਾ ਸੀ, ਸੰਥਿਆ ਦਿੰਦਾ ਹੋਇਆ ਭਗਤ ਰਵਿਦਾਸ ਦਾ ਸ਼ਬਦ ਆ ਗਿਆ। ਉਹ ਫਾਰਸੀ ਦਾ ਸ਼ਬਦ ਸੀ, ਜਿਹੜਾ ਮੇਰੇ ਸ਼ਹਿਰ 'ਚ ਆਊਗਾ ਉਹਨੂੰ ਆਹ ਹੋਏਗਾ, ਉਹਨੂੰ ਕੋਈ ਤਕਲੀਫ ਨਹੀਂ, ਕੋਈ ਕੁਛ ਨਹੀਂ ਹੋਏਗਾ। ਸਾਰਾ ਫਾਰਸੀ ਸੀ। ਮੈਂ ਦੇਖੋ ਕਮਾਲ ਹੈ। ਜਿਸ ਬੰਦੇ ਨੂੰ ਮੰਦਰ 'ਚ ਵੜਨ ਹੀ ਨਹੀਂ ਸਣ ਦਿੰਦੇ ਹੈ, ਉਹਨੂੰ ਪੜ੍ਹਾਉਣਾ ਕਿੰਨੇ ਸੀ? ਉਹਨੂੰ ਪੜ੍ਹਾਈ ਤਾਂ ਮੰਦਰਾਂ ਅਤੇ ਮਸੀਤਾਂ ਸੀ ਉਦੋਂ, ਸਕੂਲ ਤਾਂ ਹੈ ਹੀ ਨਹੀਂ ਸਨ ਉਦੋਂ। ਇਹ ਤਾਂ ਅੰਗਰੇਜ਼ ਲੈ ਕੇ ਆਏ ਨੇ ਸਕੂਲ ਤੋਂ। ਜਿਸ ਬੰਦੇ ਨੂੰ ਮੰਦਰ 'ਚ ਨਹੀਂ ਸਨ ਵੜਨ ਦੇ, ਉਹਨੂੰ ਪੜ੍ਹਾਉਣਾ ਕਿੰਨੇ ਸੀ? ਅਤੇ ਜਿਹੜਾ ਪੜ੍ਹੇ ਹੀ ਨਹੀਂ ਉਹ ਫਾਰਸੀ ਦੇ ਵਿੱਚ ਬਾਣੀ ਲਿਖ ਰਿਹਾ ਹੈ। ਕਮਾਲ ਨਹੀਂ ਹੈ? ਆਖਰਕਾਰ ਉਹ ਕਿੱਥੋਂ ਆ ਗਿਆ ਇੰਨਾ ਗਿਆਨ? ਸੋਚਣ ਵਾਲੀ ਗੱਲ ਹੈ ਕਿ ਇੰਨਾ ਗਿਆਨ ਆ ਕਿੱਥੋਂ ਗਿਆ? ਕਬੀਰ ਸਾਹਿਬ ਨੂੰ ਇੰਨਾ ਗਿਆਨ ਆ ਕਿੱਥੋਂ ਗਿਆ? ਜਦੋਂ ਅਨਪੜ੍ਹ ਦੇ ਹੋ, ਬੰਦਾ ਅਨਪੜ੍ਹ ਹੈ ਅਤੇ ਇੰਨੀ ਜ਼ਬਰਦਸਤ ਬਾਣੀ ਲਿਖਿਆ ਵੀ ਸਾਨੂੰ ਸਿੱਧੀ ਨਹੀਂ ਆਉਂਦੀ। ਸਾਨੂੰ ਵੀ ਜਿਹੜੀ ਛਪੇ ਹੋਏ ਨੇ ਅਰਥ ਉਹ ਕੰਸਲਟ ਕਰਨੇ ਪੈਂਦੇ ਨੇ, ਤਾਂ ਜਾ ਕੇ ਕਿਤੇ ਕਬੀਰ ਸਾਹਿਬ ਦੀ ਬਾਣੀ ਸਮਝ ਆਉਂਦੀ ਹੈ। ਅਤੇ ਮੈਂ ਹੈਰਾਨ ਆ ਵੀ ਬੰਦੇ ਅਨਪੜ੍ਹ ਹੈ ਅਤੇ ਕਿਆ ਬਾਤ ਹੈ, ਕਿਆ ਬਾਣੀ ਲਿਖ ਗਏ ਨੇ। ਆਖਰਕਾਰ ਇਹ ਗੁਣ ਉਹਨੂੰ ਕਿੱਥੋਂ ਪ੍ਰਾਪਤ ਹੋਇਆ? ਉਹਨੂੰ ਸਿਮਰਨ ਕੀਤਾ। ਸਿਮਰਨ ਕਰਦਿਆਂ ਉਹਨਾਂ ਦੇ ਜਿਹੜੇ ਅੰਦਰਲੇ ਸੀ ਦਿਮਾਗ ਦੇ ਪਰਦੇ ਸਾਰੇ ਖੁੱਲ੍ਹ ਗਏ ਹਨ। ਉਹ ਸੰਸਾਰ ਦੀਆਂ ਸਾਰੀਆਂ ਜ਼ਬਾਨਾਂ ਹੀ ਉਹਨਾਂ ਨੂੰ ਆਉਣ ਲੱਗ ਪਈਆਂ। ਗੁਰੂ ਨਾਨਕ ਦੇ ਸੰਸਾਰ ਦੀਆਂ ਸਾਰੀ ਜ਼ਬਾਨਾਂ ਦੀਆਂ ਸੀ। ਜਿੱਥੇ ਗਏ ਉਹਨਾਂ ਦੀ ਜ਼ਬਾਨ 'ਚ ਉਹਨਾਂ ਨੇ ਗੱਲ ਕਰ। ਹੁਣ ਉਹ ਅਰਬ ਦੇਸ਼ ਗਏ ਤਾਂ ਮੁਸਲਮਾਨ ਤਾਂ ਅਰਬੀ ਬੋਲਦੇ ਸਨ। ਆਖਰਕਾਰ ਮੱਕੇ ਗਏ ਉਹ, ਉੱਥੇ ਪੰਜਾਬੀ ਥੋੜ੍ਹੀ ਗੱਲ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਹ ਤਾਂ ਅਰਬੀ ਬੋਲਦੇ ਸਨ। ਅਰਬੀ 'ਚ ਉਹਨਾਂ ਨੇ ਗੱਲ ਕੀਤੀ ਨਾ।
ਬੰਦਾ ਅਰਬੀ ਪੜ੍ਹਿਆ ਨਹੀਂ ਤੇ ਅਰਬੀ 'ਚ ਗੱਲ ਕਰ ਰਿਹਾ, ਤੇ ਫਿਰ ਕੁਦਰਤੀ ਗਿਆਨ ਨਾ। ਇਹ ਨਾਮ ਰਾਹੀਂ ਸਾਰਾ ਕੁਛ ਹੁੰਦਾ। ਨਾਮ 'ਚ ਇੰਨੀਆਂ ਸ਼ਕਤੀਆਂ, ਇੰਨੇ ਗੁਣ ਨੇ ਕਿ ਵਰਣਨ ਹੀ ਨਹੀਂ ਕੀਤੇ ਜਾ ਸਕਦੇ। 101 ਜਿਹੜਾ ਗੁਣ ਨਾਮ ਦਾ, ਇੱਕ ਵਾਰ ਮੈਂ ਲਿਖਿਆ ਸੀ ਵੀ ਚਾਰਟ 'ਚ ਪਾ ਦਿਆਂਗਾ ਤੇ ਸਾਰੇ ਇੱਕ ਬਣ ਦਾਂਗੇ। ਉਹ ਫਿਰ ਕਿਤੇ ਕਲੀ ਕੁਲੀ ਕਰਾਉਣ ਲੱਗਾ ਘਰ ਨੂੰ, ਕਿਤੇ ਗੁੰਮੀ ਹੋ ਗਈ। 101 ਲਾਭ ਲਿਖਿਆ ਸੀ ਮੈਂ ਸਿਮਰਨ ਦਾ, 101 ਲਾਭ। ਇੰਨੇ ਲਾਭ ਨੇ ਸਿਮਰਨ ਦੇ। ਤਾਂ ਮੈਂ ਆਪ ਜੀ ਰੋਜ਼ ਕਹਿੰਦਾ ਰਹਿੰਦਾ ਵੀ ਕਿਤੇ ਦਾਤੇ ਦੀ ਕਿਰਪਾ ਹੋ ਜਾਏ ਸਾਡੇ 'ਤੇ, ਅਸੀਂ ਵੱਧ ਤੋਂ ਵੱਧ ਸਿਮਰਨ ਕਰਕੇ ਆਹ ਦੁੱਖਾਂ ਮੁਸੀਬਤਾਂ ਇੱਕ ਵਾਰੀ ਨਿਕਲ ਜਾਈਏ, ਗਰੀਬੀ 'ਚੋਂ ਨਿਕਲ ਜਾਈਏ, ਮੁਸੀਬਤਾਂ 'ਚ ਇੱਕ ਵਾਰੀ ਬਾਹਰ ਨਿਕਲ ਜਾਈਏ, ਜੀਵਨ ਆਨੰਦਦਾਇਕ ਹੋ ਜਾਏ। ਕੋਸ਼ਿਸ਼ ਕਰਨੀ ਆਪਾਂ ਨੇ, ਲੱਗੇ ਰਹਿਣਾ। ਕभी ਨਾ ਕभी ਕੋਈ ਨਾ ਕੋਈ ਤਾਂ ਆਏਗਾ। ਲੱਗੇ ਰਹੋ, ਕਦੇ ਤਾਂ ਪਹੁੰਚਾਂਗੇ ਮੰਜ਼ਿਲ 'ਤੇ, ਲੱਗੇ ਰਹਿਣਾ। ਵਾਹਿਗੁਰੂ। ਸੋ ਗੁਰੂ ਮਹਾਰਾਜ ਕਹਿੰਦੇ ਨਾਮ ਨਵਨਿਤ ਗੁਰ ਤੇ ਪਾਏ। ਫਿਰ ਕੀ ਹੁੰਦਾ? ਹਰ ਕਿਰਪਾ ਤੇ ਹਰ ਵਸੈ ਮਨ ਆਏ। ਫਿਰ ਹਰੀ ਦੀ ਕਿਰਪਾ ਨਾਲ ਹਰੀ ਮਨ 'ਚ ਆ ਕੇ ਵਸ ਜਾਂਦਾ ਹੈ। ਕਿ ਉਹਦੀ ਫਿਰ ਵਸੇਗਾ ਨਾ ਜਦੋਂ ਅੰਦਰੋਂ ਹਉਮੈ ਖਤਮ ਹੋ ਜਾਵੇਗੀ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ। ਰਾਮ ਰਾਮ ਕਰਦਿਆਂ ਪਰਮਾਤਮਾ ਦਾ ਨਾਮ ਜਪਦਿਆਂ ਸਰੀਰ ਜਿਹਨੂੰ ਸੁੱਖ ਮਿਲਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ। ਅਗਲਾ ਕਹੇ ਮਨ ਬੜਾ ਸ਼ਾਂਤ ਰਹਿੰਦਾ ਹੈ, ਕਰੋ ਫਿਰ ਰਾਮ ਰਾਮ, ਕਰੋ ਰਾਮ। ਮਨ ਸ਼ਾਂਤ ਹੋ ਗਿਆ, ਸਰੀਰ ਆਪੇ ਸੁਖੀ ਹੋ ਜਾਂਦਾ ਹੈ। ਮਨ ਅਸ਼ਾਂਤ ਹੋਵੇ, ਸਰੀਰ ਵੀ ਦੁਖੀ ਹੁੰਦਾ ਹੈ, ਕੁਦਰਤੀ ਗੱਲ। ਸੋ ਇਸ ਲਈ ਕਹਿੰਦੇ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ। ਸਰੀਰ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ, ਸੁੱਖ ਪੈਦਾ ਹੋ ਜਾਂਦਾ। ਅੰਤਰ ਵਸੈ ਨਾ ਲਾਗੈ ਜਮ ਪੀਰ। ਫਿਰ ਰਾਮ ਜਦੋਂ ਅੰਦਰ ਵਸ ਜਾਂਦਾ ਹੈ, ਪਰਮਾਤਮਾ ਦਾ ਨਾਮ ਜਦੋਂ ਹਿਰਦੇ 'ਚ ਵਸ ਜਾਂਦਾ ਨਾ ਲਾਗੈ ਜਮ ਪੀਰ। ਪੀਰ ਮੇਰੇ ਪੀੜ, ਦੁੱਖ। ਜਮਾਂ ਦਾ ਕੋਈ ਦੁੱਖ ਹੀ ਨਹੀਂ ਲੱਗਦਾ, ਕੋਈ ਜਮ ਆਉਂਦਾ ਹੀ ਨਹੀਂ। ਨਾਮ ਜਪਣ ਵਾਲੇ ਨੂੰ ਜਮ ਲੈਣ ਹੀ ਨਹੀਂ ਆਉਂਦੇ। ਨਿਬੜਿਆ ਕੰਮ। ਆਪਾਂ ਨੂੰ ਪੁਲਿਸ ਫੜਨ ਆਵੇਗੀ, ਫਿਰ ਉਹ ਫੜ ਕੇ ਜੱਜ ਕੋਲੇ ਲੈ ਕੇ ਜਾਏਗੀ ਨਾ, ਤੇ ਜੋ ਆਏ ਹੀ ਨਹੀਂ ਤੇ ਫਿਰ ਸਾਡਾ ਜੱਜ ਨਾਲ ਕਿਆ ਲੈਣ ਦੇਣਾ ਵੀ। ਜੇ ਜਮ ਆਉਣਗੇ ਤਾਂ ਧਰਮਰਾਜ ਦੀ ਪੇਸ਼ੀ ਹੋਵੇਗੀ। ਧਰਮਰਾਜ ਫਿਰ ਰਜਿਸਟਰ ਖੋਲ੍ਹੇਗਾ, ਆ ਜਾ ਵੀ ਸੱਜਣਾ, ਤੂੰ ਆਹ ਕੀਤੇ, ਬਹਿ ਲੇਖਾ ਕਰ ਸਮਝਾਇਆ। ਕਹਿੰਦੇ ਬਹਿ ਜਾ, ਆ ਤੇਰਾ ਹਿਸਾਬ ਕਿਤਾਬ ਸਮਝ ਲੈ, ਆ ਤੂੰ ਪੁੱਠੇ ਕੰਮ ਕੀਤੇ ਨੇ, ਹੋ ਜਾ ਤਿਆਰ। ਫਿਰ ਉਹਨਾਂ ਜਮ ਰੱਖੇ ਹੋਏ ਨੇ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਹਿੰਦੂਆਂ ਧਾਰਮਿਕ ਨੇ ਕਿਹਾ ਠੇਂਗਾ 16 ਸੇਰ ਭਾਰਾ, ਭਾਵ 14 ਕਿਲੋ ਭਾਰਾ। ਠੇਂਗਾ ਮਨੇ ਡੰਡਾ। 14 ਕਿਲੋ ਭਾਰੇ ਡੰਡੇ ਨਾਲ ਫਿਰ ਬੰਦੇ ਦਾ ਜਮ ਕੁਟਾਪਾ ਕਰਦੇ। ਫਿਰ ਹਾਲ ਤੱਕ ਕਰਦੇ ਨਾ ਬਾਂ ਕਰੇਗਾ ਹਾਲ। ਪਰ ਉਹ ਸੁਣਨ ਵਾਲਾ ਕੋਈ ਨਹੀਂ। ਉੱਥੇ ਜੀਓ ਨਵੇਂ, ਉੱਥੇ ਸਾਰੇ ਨਵੇਂ ਨੇ, ਤੁਹਾਨੂੰ ਜਾਣਦੇ ਨਹੀਂ, ਕੋਈ ਸਿਫਾਰਿਸ਼ ਨਹੀਂ ਚੱਲਣੀ। ਇਸ ਲਈ ਅੰਤਰ ਵਸੈ ਨਾ ਲਾਗੈ ਜਮ ਪੀਰ। ਜਦੋਂ ਪਰਮਾਤਮਾ ਦਾ ਨਾਮ, ਪਰਮਾਤਮਾ ਯਾਦ ਹਿਰਦੇ 'ਚ ਵਸ ਜਾਂਦੇ ਹੈ, ਜਮਦੂਤਾਂ ਦਾ ਕੋਈ ਦੁੱਖ ਹੀ ਨਹੀਂ ਲੱਗਦਾ। ਆਪੇ ਸਾਹਿਬ ਆਪ ਵਜ਼ੀਰ। ਪਰਮਾਤਮਾ ਆਪ ਹੀ ਮਾਲਕ ਹੈ। ਵਜ਼ੀਰ ਹੁੰਦਾ ਸਲਾਹ ਦੇਣ ਵਾਲਾ। ਇਹ ਜਿਹੜੇ ਵਜ਼ੀਰ ਨੇ, ਮਿਨਿਸਟਰ ਨੇ, ਇਹ ਤਾਂ ਰਾਜੇ ਨੂੰ ਸਲਾਹ ਦੇਣ ਲਈ ਹੁੰਦੇ ਵੀ ਇਕੱਲਾ ਬੰਦਾ ਇਕੱਲਾ ਹੀ ਹੁੰਦਾ, ਇਕੱਲਾ ਹੀ ਹੁੰਦਾ। ਜਿਹੜੇ ਰਾਜੇ ਵਜ਼ੀਰਾਂ ਦੀ ਸਲਾਹ ਨਾਲ ਚੱਲਦੇ ਸਨ, ਉਹ ਵਧੀਆ ਰਾਜ ਕਰ ਗਏ। ਜਿਨ੍ਹਾਂ ਰਾਜੇ ਨੇ ਹਉਮੈ ਸੀ ਕਿ ਮੈਂ ਵਜ਼ੀਰਾਂ ਤੋਂ ਵੱਧ ਸਿਆਣਾ, ਉਹਨੇ ਹੀ ਪੱਠਾ ਬਿਠਾਤਾ ਦੇਸ਼ ਦਾ। ਅਤੇ ਹੁਣ ਵੀ ਇਸੇ ਲਈ ਪੱਠਾ ਬਹਿ ਗਏ। ਮੁੱਖ ਮੰਤਰੀ ਨੇ ਸਲਾਹ ਦੇ ਕੇ ਦੇਖ ਲਓ, ਕੋਈ ਸਵੇਰੇ ਛੁੱਟੀ ਕਰ ਦੇਗਾ ਤੁਹਾਡੀ। ਪ੍ਰਧਾਨ ਮੰਤਰੀ ਨੇ ਕੋਈ ਮਿਨਿਸਟਰ ਸਲਾਹ ਦੇ ਕੇ ਦੇ ਲੈ ਵੀ ਜੀ ਜੱਟਾਂ ਦੀ ਮੰਨ ਲਓ, ਕਾਹਨੂੰ ਵਕਤ ਕੁੜੀ ਤਾਂ ਰਾਤੀ ਤੁਰ ਦੂਗਾ ਰਾਤ। ਤੂੰ ਕੌਣ ਮੈਨੂੰ ਕਹਿਣ ਵਾਲਾ? ਇੰਨੀ ਹਉਮੈ ਵੀ ਮੈਂ ਹੀ ਸਿਆਣਾ। ਇਹ ਜਿਹੜੇ 50-55 ਮਿਨਿਸਟਰ ਨੇ, ਇਹਨਾਂ ਨੂੰ ਕੀ ਆਉਂਦਾ ਵੀ ਫਿਰ ਰੱਖੇ ਕਿਉਂ ਨੇ ਇਹ? ਵੀ ਸਰਕਾਰ ਦੇ ਵੀ ਲੋਕਾਂ ਦੇ ਬੋਝ ਪਾਉਣੇ। ਫਿਰ ਮਹਾਰਾਜਾ ਰਣਜੀਤ ਸਿੰਘ ਟੋਟਲ ਅਨਪੜ੍ਹ,
ਅੰਗੂਠਾ ਛਾਪ ਸੀ, ਦਸਤਖਤ ਵੀ ਨਹੀਂ ਸੀ ਕਰਨੇ। ਪਰ ਮਨਿਸਟਰ ਇੰਨੇ ਜ਼ਬਰਦਸਤ ਸਨ ਕਿ ਇੰਨੇ 40 ਸਾਲ ਰਾਜ ਕਰ ਗਏ। ਜਿੰਨਾ ਚਿਰ ਜਿਉਂਦਾ ਰਿਹਾ ਅੰਗਰੇਜ਼ਾਂ ਦੀ ਜ਼ਰੂਰਤ ਨਹੀਂ ਪਈ ਵੀ ਹਮਲਾ ਕਰਦੇ ਰਣਜੀਤ ਸਿੰਘ 'ਤੇ। ਅਕਬਰ ਟੋਟਲ ਅਨਪੜ੍ਹ ਸੀ, ਉਹ ਵੀ ਅੰਗੂਠਾ ਛਾਪ ਸੀ, ਪਰ ਉਹ ਆਪਣੇ ਵਜ਼ੀਰਾਂ ਨੇ ਮੇਰੇ 9 ਰਤਨ ਨੇ। ਇਹ ਇੰਨੇ ਸਿਆਣੇ ਵਜ਼ੀਰ ਸਨ। ਇਹ ਕਲਾਸ ਰਾਜ ਕਰ ਗਿਆ। ਅਕਬਰ ਦੀ ਗ੍ਰੇਟ ਹੋ ਗਿਆ, ਇਤਿਹਾਸ 'ਚ ਅਕਬਰ ਦੀ ਗ੍ਰੇਟ ਹੋ ਗਿਆ, ਮਹਾਨ ਅਕਬਰ। ਕਿਉਂ? ਉਹਦੇ ਵਜ਼ੀਰ ਸਿਆਣੇ ਸਨ। ਪਰਮਾਤਮਾ ਆਪ ਹੀ ਸਾਹਿਬ ਹੈ, ਆਪ ਹੀ ਵਜ਼ੀਰ ਹੈ, ਕਿਉਂਕਿ ਉਹਨੂੰ ਕਿਸੇ ਸਲਾਹ ਲੈਣ ਦੀ ਲੋੜ ਨਹੀਂ। ਸਾਨੂੰ ਤਾਂ ਸਲਾਹ ਲੈਣ ਦੀ ਲੋੜ ਹੈ। ਆਪਾਂ ਤਾਂ ਕਈ ਵਾਰ ਕੋਈ ਸਮੱਸਿਆ ਆ ਜਾਏ ਨਾ, ਆਪਾਂ ਕਿਸੇ ਸਿਆਣੇ ਕੋਲ ਸਲਾਹ ਲੈਣ ਚਲੇ ਜਾਂਦੇ ਹਾਂ ਵੀ ਆਹ ਗੱਲ ਹੈ, ਤੁਸੀਂ ਦੱਸੋ ਕਿ ਕੀ ਕਰਨਾ ਚਾਹੀਦਾ ਹੈ। ਸਲਾਹ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਕਈ ਵਾਰੀ ਦੂਜਾ ਕੋਈ ਚਾਹੀਦੀ ਸਲਾਹ ਦਿੰਦਾ, ਅੱਛਾ ਹੁੰਦਾ। ਸੋ ਇਸ ਲਈ ਪਰਮਾਤਮਾ ਕਿਉਂਕਿ ਆਪ ਹੀ ਸਭ ਤੋਂ ਵੱਧ ਸਿਆਣਾ ਹੈ, ਇਸ ਲਈ ਉਹਨੂੰ ਆਪ ਹੀ ਉਹ ਸਾਹਿਬ ਹੈ, ਆਪ ਹੀ ਵਜ਼ੀਰ ਹੈ, ਸਲਾਹਕਾਰ ਹੈ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੁਣੀ ਗਹੀਰ ਹੁੰਦਾ, ਬਹੁਤ ਗੁਣਾਂ ਦਾ ਜਿਹੜਾ ਮਾਲਕ ਹੁੰਦਾ, ਉਹਨੂੰ ਗੁਣੀ ਗਹੀਰ ਕਹਿੰਦੇ। ਇਸ ਲਈ ਹੈ ਨਾਨਕ ਭਾਵ ਹੈ ਇਨਸਾਨ, ਸੇਵ ਸਦਾ ਹਰ ਗੁਣੀ ਗਹੀਰ। ਉਹ ਪਰਮਾਤਮਾ ਜੋ ਬੇਅੰਤ ਗੁਣਾਂ ਦਾ ਮਾਲਕ ਹੈ, ਉਹਦੀ ਸਦਾ ਹੀ ਸੇਵਾ ਕਰ, ਸਿਮਰਨ ਕਰ। ਪਰਮਾਤਮਾ ਕਹਿੰਦੇ ਸਿਮਰਨ ਕਰ। ਸਿਮਰਨ 'ਚ ਇੰਨੀ ਸ਼ਕਤੀ ਹੈ ਕਿ ਜੋ ਕੁਛ ਪਰਮਾਤਮਾ ਕੋਲ ਹੈ ਉਹ ਤੁਹਾਨੂੰ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਣਾ। ਜਿਵੇਂ ਪਹਾੜ ਕੋਲ ਕੀ ਹੈ? ਠੰਡ ਹੈ ਨਾ। ਤੁਸੀਂ ਪਹਾੜ ਕੋਲ ਜਾਣਾ ਬਸ। ਜਿਉਂ ਪਹਾੜ ਦੇ ਨੇੜੇ ਜਾਈ ਜਾਓਗੇ, ਠੰਡ ਆਪਣੇ ਆਪ ਹੀ ਤੁਹਾਨੂੰ ਲੱਗਣੀ ਸ਼ੁਰੂ ਹੋ ਜਾਏਗੀ। ਕਿ ਸਾਨੂੰ ਕਿਸੇ ਤੋਂ ਉਹੀ ਮਿਲਣਾ ਜੋ ਉਹਦੇ ਕੋਲ ਹੈ, ਜੋ ਉਹਦੇ ਕੋਲ ਹੈ। ਹੁਣ ਟਿੱਬਿਆਂ 'ਤੇ ਚਲੇ ਜਾਓ ਰਾਜਸਥਾਨ ਦੇ, ਅਤੇ ਉੱਥੇ ਤੁਹਾਨੂੰ ਠੰਡ ਥੋੜ੍ਹੇ ਮਿਲਣੀ। ਉੱਥੇ ਜਿਉਂ ਟਿੱਬੇ ਦੇ ਨੇੜੇ ਜਾਓ, ਰੇਤਾ ਤੱਤਾ ਹੁੰਦਾ, ਤੁਹਾਨੂੰ ਸਰੀਰ ਗਰਮ ਹੋਣਾ ਸ਼ੁਰੂ ਹੋ ਜਾਣਾ। ਜੋ ਕਿਸੇ ਕੋਲੇ ਹੈ ਤੁਹਾਨੂੰ ਉਹੀ ਉਸ ਤੋਂ ਮਿਲਣਾ ਹੈ। ਅਤੇ ਪਰਮਾਤਮਾ ਕੋਲੇ ਮਾੜੀ ਚੀਜ਼ ਕੋਈ ਨਹੀਂ, ਸਭ ਚੰਗੀਆਂ ਹੀ ਚੰਗੀਆਂ ਨੇ। ਮੰਨ ਲਓ ਤੁਸੀਂ ਜਾਪ ਕਰਨੇ, ਜੈਮਲ ਸਿੰਘ ਬਾਬਾ ਜੀ ਬਾਬਾ ਜੀ ਬਾਬਾ ਜੀ ਕਰਨ ਲੱਗੇ। ਸਪੋਜ਼ ਕਰੋ ਮੇਰੇ 'ਚ ਔਗਣ ਵੀ ਹੋ ਸਕਦੇ, ਮੇਰੇ 'ਚ ਕੋਈ ਗੁਣ ਵੀ ਹੋ ਸਕਦੇ ਨੇ। ਉਹਦਾ ਕੀ ਤੁਹਾਨੂੰ ਨੁਕਸਾਨ ਹੋਏਗਾ ਕਿ ਜਿਹੜਾ ਉਹ ਔਗਣ ਜਿਹਦਾ ਤੁਹਾਨੂੰ ਨਹੀਂ ਪਤਾ, ਤੁਸੀਂ ਮੇਰਾ ਸਿਮਰਨ ਕਰਨ ਲੱਗੇ, ਮੇਰੇ ਔਗਣ ਅਤੇ ਗੁਣ ਤੁਹਾਡੇ 'ਚ ਪ੍ਰਵੇਸ਼ ਕਰ ਜਾਣਗੇ। ਉਹ ਤੁਹਾਡੇ 'ਚ ਔਗਣ ਪ੍ਰਵੇਸ਼ ਕਰਕੇ ਤੁਸੀਂ ਕੀ ਖੱਟਿਆ? ਤਾਂ ਗੁਰੂ ਮਹਾਰਾਜ ਨੇ ਕਿਸੇ ਬੰਦੇ ਨੂੰ ਨਹੀਂ ਯਾਦ ਕਰਨਾ, ਰੱਬ ਨੂੰ ਯਾਦ ਕਰਨਾ। ਕਿ ਰੱਬ ਸਰੀਰ ਨਹੀਂ ਹੈ। ਸਰੀਰ 'ਚ ਨੁਕਸ ਹੋ ਸਕਦਾ ਹੈ। ਜਿੰਨਾ ਚਿਰ ਅਸੀਂ ਮਰ ਨਹੀਂ ਜਾਂਦੇ, ਅਸੀਂ ਕੋਈ ਵੀ ਗਲਤੀ ਕਰ ਸਕਦੇ ਹਾਂ। ਇਸ ਲਈ ਸਾਨੂੰ ਹੁਕਮ ਹੈ ਤੁਸੀਂ ਪਰਮਾਤਮਾ ਦਾ ਨਾਮ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਕਹਿਣਾ, ਕਿਉਂਕਿ ਪਰਮਾਤਮਾ ਸਰੀਰ ਹੀ ਨਹੀਂ। ਔਗਣ ਸਰੀਰ 'ਚ ਹੁੰਦੇ ਨੇ, ਉਹ ਤਾਂ ਰੂਹ ਹੈ, ਉਹਨਾਂ 'ਚ ਨਹੀਂ ਔਗਣ ਹੁੰਦੇ। ਉਹਦੇ ਗੁਣ ਹੀ ਗੁਣ। ਜਦ ਅਸੀਂ ਵਾਹਿਗੁਰੂ 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 ਕਰੀ ਜਾਂਦੇ ਹਾਂ, ਉਹਦੇ ਵਿੱਚ ਜੋ ਗੁਣ ਨੇ ਉਹ ਸਾਨੂੰ ਆਪਣੇ ਆਪ ਹੀ ਪ੍ਰਾਪਤ ਹੋਣ ਲੱਗ ਜਾਂਦੇ। ਉਹ ਅਕਲਮੰਦ ਵੀ ਹੈ, ਅਸੀਂ ਅਕਲਮੰਦ ਹੋਣੇ ਸ਼ੁਰੂ ਹੋ ਜਾਵਾਂਗੇ। ਉਹ ਅਮੀਰ ਹੈ, ਅਸੀਂ ਅਮੀਰ ਹੋਣੇ ਸ਼ੁਰੂ ਹੋ ਜਾਵਾਂਗੇ। ਉਹ ਚੰਗਾ ਹੈ, ਅਸੀਂ ਚੰਗੇ ਹੋਣੇ ਸ਼ੁਰੂ ਹੋ। ਉਹ ਦਿਆਲੂ ਹੈ, ਅਸੀਂ ਦਿਆਲੂ ਹੋ ਜਾਵਾਂਗੇ। ਉਹ ਕਿਰਪਾਲੂ ਹੈ, ਅਸੀਂ ਕਿਰਪਾਲੂ। ਉਹ ਬਖਸ਼ਿੰਦ ਹੈ, ਅਸੀਂ ਬਖਸ਼ਣ ਲੱਗ। ਉਹ ਮਿੱਠ ਬੋਲੜਾ ਹੈ, ਅਸੀਂ ਮਿੱਠਾ ਬੋਲਣਾ ਸ਼ੁਰੂ ਕਰ ਦਾਂਗੇ। ਉਹ ਨਿਮਰਤਾ ਵਾਲਾ ਹੈ, ਸਾਡੇ 'ਚ ਨਿਮਰਤਾ ਹੋਣੀ ਸ਼ੁਰੂ ਹੋ ਜਾਏਗੀ। ਜੋ ਰੱਬ ਕੋਲੇ ਉਹ ਸਾਨੂੰ ਮਿਲਦਾ। ਆਪਣੇ ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੇ ਤੁਸੀਂ ਯਾਦ ਕਰਦੇ ਰਹੋਗੇ, ਹੌਲੀ ਹੌਲੀ ਉਹੋ ਜਿਹੇ ਹੁੰਦੇ ਜਾਓਗੇ। ਸੋ ਸਿਮਰਨ ਕਰਦੇ ਰਹੀਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਠਦੇ ਬੈਠਦੇ ਤੁਰਦੇ ਫਿਰਦੇ ਜਿੰਨਾ ਵੀ ਸਮਾਂ ਲੱਗੇ। ਜਿਹੜੇ ਕੋਈ ਸਰਵਿਸ ਕਰਦੇ ਨੇ, ਆਪਾਂ ਕੰਮ ਧੰਦਾ ਕਰਦੇ, ਉਹ ਨਹੀਂ ਛੱਡਣਾ। ਕਿਰਤ ਕਰਨੀ, ਕਿਰਤ ਕੋਈ ਠੱਗੀ ਠੋਰੀ ਨਹੀਂ ਕਰਨੀ, ਦਸਾਂ ਨੂੰ ਦੀ ਕਿਰਤ ਕਰਨੀ। ਬਾਕੀ ਜਿੰਨਾ ਸਮਾਂ ਬਚੇ ਨਾਮ ਜਪਣਾ। ਠੱਗੀ ਠੋਰੀ ਕਿਹਦੇ ਲਈ ਬੰਦਾ ਕਰਦਾ? ਔਲਾਦ ਲਈ। ਅਤੇ ਯਾਦ ਰੱਖੋ, ਅਗਰ ਤੁਸੀਂ ਹਰਾਮ ਦੀ ਕਮਾਈ ਆਪਣੇ ਬੱਚੇ ਨੂੰ ਖਵਾਓਗੇ, ਉਹਨਾਂ 'ਚ ਇੱਕ ਅੱਧਾ ਵਿਗੜ ਜਾਣਾ। ਘਰ ਦਾ ਇੱਕ ਜੀਅ ਵੀ ਵਿਗੜ ਜਾਣਾ, ਸਾਰੇ ਘਰ ਦੀ ਸ਼ਾਂਤੀ ਖਤਮ ਹੋ ਜਾਂਦੀ ਹੈ। ਉਹਦਾ ਕਾਰਨ ਕਿ ਕਿਉਂ ਵਿਗੜੇ ਹੋ? ਤੁਸੀਂ ਕਿਤੇ ਨਾ ਕਿਤੇ ਉਹਨੂੰ ਹਰਾਮ ਦੀ ਕਮਾਈ ਖਵਾਤੀ ਹੈ, ਉਹ ਵਿਗੜ ਗਿਆ। ਹਰਾਮ ਦੀ ਕਮਾਈ ਕਰਦੇ ਜੀਵਨ ਬੁੱਧੀ ਭ੍ਰਿਸ਼ਟ ਕਰਦੀ ਹੈ।
ਇਸ ਲਈ ਜਿਹਨੇ ਭਜਨ ਬੰਦਗੀ ਕਰਨੀ ਹੈ ਉਹਨੇ ਯਾਦ ਰੱਖਣਾ, ਉਹਨੇ ਦਸਾਂ ਨੂੰ ਦੀ ਕਿਰਤ ਕਰਨੀ। ਸਾਹਿਬ ਕਹਿੰਦੇ ਬੱਚਿਆਂ ਨੂੰ, ਮੈਨੂੰ ਇੰਨੀ ਤਨਖਾਹ ਮਿਲਦੀ ਹੈ, ਇਹ 'ਚ ਗੁਜ਼ਾਰਾ ਕਰਨਾ ਕਰੋ, ਨਹੀਂ ਆਪਣਾ ਕਮਾ ਕੇ ਖਾ ਲਓ। ਮੈਂ ਤੁਹਾਡੇ ਲਈ ਕੋਈ ਚੋਰੀ ਨਹੀਂ ਕਰਨੀ, ਰਿਸ਼ਵਤ ਨਹੀਂ ਲੈਣੀ, ਕੋਈ ਠੱਗੀ ਨਹੀਂ ਕਰਨੀ, ਮਿਲਾਵਟ ਨਹੀਂ ਕਰਨੀ। ਨਹੀਂ ਤੁਹਾਡਾ ਨਹੀਂ ਗੁਜ਼ਾਰਾ ਹੁੰਦਾ, ਚਲੋ ਤੁਸੀਂ ਵੀ ਕੰਮ ਕਰੋ। ਪਰਦੇਸਾਂ ਵਿੱਚ ਤਾਂ ਕਰਦੇ ਹੀ ਨਹੀਂ ਬੱਚੇ, ਕੋਈ ਅਖਬਾਰਾਂ ਵੇਚ ਰਿਹਾ ਸਵੇਰੇ ਸਵੇਰੇ, ਕੋਈ ਕੁਛ ਵੇਚ ਰਿਹਾ, ਕੋਈ ਕੁਛ ਵੇਚ ਰਿਹਾ। ਉਹ ਤਾਂ ਆਪਣਾ ਕਮਾ ਕੇ ਸਕੂਲ ਦੀਆਂ ਕਾਲਜ ਦੀਆਂ ਫੀਸਾਂ ਦਿੰਦੇ ਬੱਚੇ। ਤੁਹਾਡੇ ਬੱਚੇ ਪੜ੍ਹਨ ਗਏ ਨਾ, ਕੰਮ ਕਰਕੇ ਫੀਸ ਦਿੰਦੇ ਨਾ, ਤੁਸੀਂ ਇੱਕ ਵਾਰੀ ਤੋਰਤਾ ਉਹਨਾਂ ਨੂੰ, ਪਹਿਲੀ ਫੀਸ ਤੁਸੀਂ ਦੇਤੀ ਔਖਿਆ ਸੌਖਿਆ ਨੇ। ਫਿਰ ਤਾਂ ਬੱਚੇ ਨੂੰ ਵੀ ਪਤਾ ਵੀ ਹੁਣ ਮੇਰੇ ਮਾਂ ਪਿਓ ਨੇ ਮਗਰੋਂ ਮੈਨੂੰ ਪੈਸਾ ਨਹੀਂ ਭੇਜਣਾ, ਅਗਲੀ ਜਿਹੜੀ ਤਿਮਾਹੀ ਛਮਾਹੀ ਦੀ ਫੀਸ ਹੈ ਉਹ ਮੈਨੂੰ ਕਮਾ ਕੇ ਆਪਣੇ ਕੋਲੋਂ ਦੇਣੀ ਪੈਣੀ। ਜਾਂਦਾ ਕੰਮ ਕਰਦਾ ਕਿ ਨਹੀਂ, ਪੜ੍ਹਦਾ ਵੀ ਹੈ, ਕੰਮ ਵੀ ਕਰਦਾ ਹੈ। ਹਾਲੇ ਕਹਿੰਦੇ ਭਾਈ ਇੰਨਾ ਕੁਛ ਹੈ ਮੇਰੇ ਕੋਲ, ਇਹ 'ਚ ਗੁਜ਼ਾਰਾ ਹੁੰਦਾ ਕਰ ਲਓ, ਨਹੀਂ ਆਪਣਾ ਕਮਾ ਕੇ ਕਰ ਲਓ। ਆਪੇ ਹੀ ਹਟ ਜਾਣ ਕਹਿਣਾ। ਨਹੀਂ ਤਾਂ ਜੇ ਤੁਸੀਂ ਲੈ ਆਂਦਾ, ਉਹ ਡੈਡੀ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਇੱਛਾਵਾਂ ਤਾਂ ਕਦੇ ਪੂਰੀ ਨਹੀਂ ਹੁੰਦੀਆਂ। ਜਵਾਕ ਇਹ ਦੂਜੇ ਘਰ 'ਚ ਵੇਖ ਆਉਂਦੇ ਨੇ। ਸਾਡੇ ਇੱਕ ਰਿਸ਼ਤੇਦਾਰ ਨੇ, ਸਰਦਾਰ ਬਲਜੀਤ ਸਿੰਘ ਦੇ ਘਰ ਜਿਹੜਾ LED ਲੱਗੀ, LED ਹੁੰਦਾ ਕਿ LCD ਹੁੰਦਾ, LED, ਉਹਦੇ ਕਿਤੇ ਫਰੇਮ ਬਹੁਤ ਵਧੀਆ। ਮੰਮਾ ਉਹ ਨਾ ਜਿਹੜੇ ਰਜਨੀ ਦੇ ਘਰ ਫਰੇਮ ਲੱਗਾ ਨਾ, ਉਹ ਜਿਹਾ ਆਪਣਾ ਫਰੇਮ ਚਾਹੀਦਾ। ਵੀ ਭਲੇ ਮਾਨਸੋ, ਤੁਸੀਂ ਆਪਣੀ ਆਮਦਨ ਵੀ ਤਾਂ ਵੇਖੋ, ਵੀ ਫਰੇਮ ਜੋਗੀ ਆਮਦਨ ਹੈ। ਇਹ ਨਾ ਵੇ TV ਤੁਹਾਡਾ 9,000 ਦਾ ਤਾਂ ਫਰੇਮ 19,000 ਦਾ ਹੋਵੇ, ਉਹਦਾ ਕਿਆ ਫਾਇਦਾ ਬਈ। ਫੋਟੋ ਤੁਹਾਡੀ ਦੀ ਹੋਵੇ ਅਤੇ ਫਰੇਮ ਜਿਹੜਾ ਹੈ A ਕਲਾਸ ਹੋਵੇ। ਫੋਟੋ ਵਧੀਆ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਫੋਟੋ ਤਾਂ ਕੁਛ ਨਾ ਹੋਵੇ ਅਤੇ ਫਰੇਮ ਬੜਾ ਵਧੀਆ ਹੋਵੇ, ਉਹਦਾ ਕਿਆ ਫਾਇਦਾ। ਸੋ ਇਹ ਬੱਚਿਆਂ ਦੀ ਕੁਦਰਤੀ ਗੱਲ ਹੈ। ਤੁਸੀਂ ਕਿਸੇ ਦੇ ਘਰ ਜਾਓ, ਕੋਈ ਚੀਜ਼ ਵੇਖਦੇ ਹੋ, ਤੁਹਾਡੇ ਮਨ 'ਚ ਹੁੰਦਾ ਹਾਂ ਸਾਡੇ ਕੋਲ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ। ਜੀ ਤਾਂ ਬੜਾ ਕੁਛ ਕਰਦਾ, ਪਰ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਮੇਰਾ ਕੱਦ 6 ਫੁੱਟ ਸਪੋਜ਼ ਕਰੋ, ਮੈਂ ਕਿਤੇ ਗੈਸਟ ਬਣ ਗਿਆ, ਉਹਨਾਂ ਚਾਦਰ ਮੈਨੂੰ ਦਿੱਤੀ 5 ਫੁੱਟ ਦੀ। ਜੇ ਮੈਂ ਲੱਤਾਂ ਨਸਾਲਾਂਗਾ, ਸਿੱਧੀਆਂ ਕਰਾਂਗਾ, ਜਾਂ 1 ਫੁੱਟ ਲੱਤਾਂ ਨੰਗੀ ਰਹਿ ਜਾਣਗੀਆਂ, ਜਾਂ 1 ਫੁੱਟ ਮੂੰਹ ਨੰਗਾ ਰਹਿ ਜਾਏਗਾ, ਉਹ ਤਾਂ 5 ਫੁੱਟ। ਚਾਦਰ ਨੇ 6 ਫੁੱਟ ਨਹੀਂ ਹੋਣਾ, ਕਾਰਕਨ ਉਹਨੇ ਤਾਂ 5 ਫੁੱਟ ਹੀ ਰਹਿਣਾ। ਸਿਆਣਪ ਕੀ ਹੈ, ਆਪਣੀ ਲੱਤਾਂ ਇਕੱਠੀਆਂ ਕਰ ਲਓ, ਜਿਵੇਂ ਸਰਦੀਆਂ 'ਚ ਕਰ ਲਿਆ ਕਿ ਲੱਤਾਂ ਇਕੱਠੀਆਂ ਕਰ ਲਓ, ਚਾਦਰ ਉੱਤੇ ਆ ਜਾਏਗੀ। ਤਾਂ ਕਿ ਚਾਦਰ ਵੇਖ ਕੇ ਪੈਰ ਪਸਾਰਨੇ, ਆਪਣੀ ਆਮਦਨ ਵੇਖ ਕੇ ਫਿਰ ਉਹਦੇ ਅਨੁਸਾਰ ਖਰਚਾ ਕਰਨਾ। ਮਨ ਤਾਂ ਬੜਾ ਕੁਛ ਕਹੇਗਾ, ਮਨ ਦਾ ਕੀ ਹੈ, ਮਨ ਤਾਂ ਰਜਦਾ ਹੀ ਨਹੀਂ ਹੁੰਦਾ, ਆਹ ਹੋਵੇ ਆਹ ਹੋਵੇ। ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਨੇ, ਜਿੰਨੀ ਆਮਦਨ ਹੋਵੇ ਉਹਦੇ ਅਨੁਸਾਰ ਹੀ ਖਰਚਾ ਕਰਨਾ। ਸਗੋਂ ਆਮਦਨ ਤੋਂ ਘੱਟ ਖਰਚਾ ਕਰਨਾ। ਜੇ 1 ਰੁਪਈਆ ਵੀ ਵੱਧ ਖਰਚ ਕਰਤਾ, 1 ਰੁਪਈਆ ਕਰਜ਼ਾ ਚੜ੍ਹ ਕੇ ਤੁਹਾਡੇ ਸਿਰ 'ਤੇ, ਉਹਦੀ ਚਿੰਤਾ ਲੱਗੀ ਰਹੀ ਇਹਨੂੰ ਕਿਵੇਂ ਲਾਈਏ। ਆਹ ਕਰਜ਼ੇ ਜਿਹੜੇ ਚੜ੍ਹ ਕੇ ਨੇ, ਇਸ ਲਈ ਲੋਕਾਂ ਨੂੰ ਚੜ੍ਹ ਗਏ। ਆਮਦਨ ਵੇਖ ਕੇ ਖਰਚੇ ਨਹੀਂ, ਕਿਤੇ ਫੁਕਰੇ ਹੋਣ ਕਰਕੇ ਕਰੇਗੀ। ਉਹ ਚੱਲ ਸਰਕਾਰ ਨੇ ਮੁਆਫ ਕਰ ਹੀ ਦੇਣਾ, ਆਪਾਂ ਮੋੜਦੇ ਹੀ ਨਹੀਂ। ਭੈੜੀਆਂ ਆਦਤਾਂ ਪਾ ਲਈਆਂ ਸਰਕਾਰਾਂ ਨੇ। ਉਹ ਜਿਨ੍ਹਾਂ ਕੋਲ ਪੈਸੇ ਜਿੱਟਾਂ ਉਹ ਵੀ ਨਹੀਂ ਮੋੜਦੇ। ਵੇ ਉਹ ਸਰਕਾਰ ਨੇ ਮਾਫ ਕਰ ਦੇਣੇ, ਕੀ ਲੋੜ ਹੈ ਮੋੜੇ, ਖਾਓ ਪੀਓ ਮੌਜ ਕਰੋ, ਰੌਲਾ ਰੂਲਾ ਪਾ ਕੇ ਮਾਫ ਕਰ। ਜੇ 5 ਸਾਲ ਹੋਣਗੇ ਸਰਕਾਰ ਬਦਲ ਲੱਗੇ, ਮਾਫ ਕਰ ਜਾਏਗੀ। ਕਰਦੇ ਨੇ ਲੱਖ 2 ਮੁੱਖ ਕਰ ਦੇਣ। ਇਹ ਨਹੀਂ, ਅਸੀਂ ਦੂਰ ਦੀ ਸੋਚਣੀ ਹੈ। ਸਿਆਣੇ ਬੰਦੇ ਜਿਹੜੇ ਹੁੰਦੇ ਨੇ ਹਮੇਸ਼ਾ ਦੂਰ ਦੀ ਸੋਚ ਕੇ ਫਿਰ ਕੋਈ ਕੰਮ ਕਰਦੇ ਹਨ। ਐਵੇਂ ਨਹੀਂ ਬਿਨਾਂ ਸੋਚੇ ਸਮਝੇ ਕੁਛ ਨਹੀਂ ਜ਼ਿੰਦਗੀ ਕਰਨਾ ਚਾਹੀਦਾ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਉਹ ਪਰਮਾਤਮਾ ਜਿਹੜਾ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਇਨਸਾਨ ਤੂੰ ਸਦਾ ਹੀ ਉਸ ਦਾ ਸਿਮਰਨ ਕਰ। ਸੋ ਭਾਈ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਆਪਾਂ ਰਲ ਮਿਲ ਕੇ ਜਿਹੜਾ ਹੈ ਸਤਸੰਗੀਆਂ ਸਾਰੇ ਯਤਨ ਕਰਦੇ ਰਹੀਏ। ਜੋ ਗੱਲਾਂ ਬਾਤਾਂ ਵੀ ਇੱਕ ਦੂਜੇ ਮਿਲਣੇ, ਤਾਂ ਵੀ ਰੱਬ ਦੀਆਂ ਬਾਤਾਂ ਕਰਨੀਆਂ। ਕਿੰਨਾ ਦੇਰ ਸਿਮਰਨ ਕਰਦੇ ਹੋ, ਕਿੰਨੇ ਵਜੇ ਉੱਠਦੇ ਹੋ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜਾ ਹੈ ਇਹਦਾ ਲਾਭ ਉਠਾਇਆ ਜੇ ਜ਼ਿੰਦਗੀ ਲੇਖੇ ਲੱਗੇ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।